ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿ ਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਦੀ ਰਹਿਮਤ ਕਰਨ ਆਪਣੀ ਸਿੱਖਿਆਦਾਇਕ ਸਾਖੀ ਪੜ੍ਹਨ, ਸੁਣਨ, ਵਿਚਾਰਨ ਦਾ ਬਲ ਬਖਸ਼ਣ, ਵਿਚਾਰ ਦਾ ਪ੍ਰਵਾਹ ਤੇ ਬੋਲਣ ਦਾ ਤਾਣ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ ਹੈ। ਇਸ ਵਕਤ ਸੰਧਿਆ ਦੇ ਸਮੇਂ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਜਗਤ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਦਾਇਕ ਸਾਖੀਆਂ ਦੀ ਵਿਚਾਰ ਕਰਦਿਆਂ ਹੁਣ ਤੱਕ ਅਸੀਂ ਵਿਚਾਰ ਦਰਸ਼ਨ ਕਰਦੇ ਕਰਦੇ ਇੱਥੇ ਕੁ ਪਹੁੰਚੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਆਪਣੇ ਕੌਤਕ ਰਚ ਰਹੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਚੜ੍ਹਿਆ ਸੋਧਣ ਧਰਤ ਲੁਕਾਈ। ਮਹਾਰਾਜ ਨੇ ਵੇਈ ਨਦੀ ਦੇ ਕੌਤਕ ਤੋਂ ਬਾਅਦ ਦਾ ਸਭ ਤੋਂ ਵੱਡਾ ਜਗਤ ਪ੍ਰਸਿੱਧ ਜੋ ਕੌਤਕ ਹੈ ਉਸ ਦਾ ਦਰਸ਼ਨ ਕਰਨ ਲੱਗੇ ਸਨ। ਨਵਾਬ ਦੌਲਤ ਖਾਂ ਲੋਧੀ ਅਤੇ ਮਹਾਰਾਜ ਦਾ ਸੰਵਾਦ ਹੋਇਆ। ਮਹਾਰਾਜ ਨਾਲ ਗੱਲਬਾਤ ਹੋਈ। ਮਹਾਰਾਜ ਨੇ ਕਿਹਾ ਵੀ ਅਸਾਂ ਹੁਣ ਤੇਰੀ ਨੌਕਰੀ ਛੱਡ ਦਿੱਤੀ ਹੈ, ਖੁਦਾ ਦੀ ਨੌਕਰੀ ਕਰ ਲਈ ਹੈ। ਹੁਣ ਅਸੀਂ ਖੁਦਾ ਦੇ ਹੁਕਮ ਦੇ ਮੁਤਾਬਕ ਚੱਲਦੇ ਹਾਂ, ਇਸ ਕਰਕੇ ਅਸੀਂ ਤੁਹਾਡੇ ਹੁਕਮ ਦੇ ਪਾਬੰਦ ਨਹੀਂ ਹਾਂ। ਨਵਾਬ ਦੇ ਮਨ ਵਿੱਚ ਹੁਣ ਕੀ ਬੀਤੀ, ਸੰਸਾਰ ਦੇ ਸਮਾਜ ਦੇ ਦਬਾਅ ਤੇ ਪ੍ਰਭਾਵ ਦੇ ਕਰਕੇ ਮਨ ਖਿਆਲ ਆਇਆ ਹੋਵੇਗਾ ਵੀ ਇਹੋ ਜਿਹਾ ਜ਼ਰਖੇਜ਼ ਬੁੱਧੀ ਦਾ ਬੰਦਾ ਅਗਰ ਦਾਖਲ ਇਸਲਾਮ ਹੋ ਜੇ ਤੇ ਵਾਹ ਵਾਹ। ਕਹਿਣ ਲੱਗਾ ਜੀ ਖੁਦਾ ਦੀ ਬੰਦਗੀ ਕਰਨੀ, ਖੁਦਾ ਦੇ ਹੁਕਮ 'ਚ ਹੀ ਤੇ ਅੱਜ ਜੁਮਾ ਹੈ, ਚਲੋ ਨਮਾਜ਼ ਪੜ੍ਹਦੇ ਹਾਂ। ਮਹਾਰਾਜ ਕਹਿਣ ਲੱਗੇ ਚਲੋ। ਇੰਨੀ ਕੁ ਗੱਲ ਕਰਕੇ ਮਹਾਰਾਜ ਤੇ ਨਵਾਬ ਖਾਂ ਕਚਹਿਰੀ ਤੋਂ ਉੱਠੇ ਨੇ ਤੇ ਸੰਧਿਆ ਦੀ ਨਮਾਜ਼ ਪੜ੍ਹਨ ਵਾਸਤੇ ਮਸੀਤ ਵੱਲ ਤੁਰ ਪਏ ਨੇ। ਅਸੀਂ ਕੱਲ੍ਹ ਵਾਤਸਨ ਨਗਰ 'ਚ ਹਾਹਾਕਾਰ ਮੱਚ ਗਈ। ਨਾਨਕ ਜੀ ਦੇ ਬਾਬਤ ਤੇ ਗੱਲ ਚੱਲ ਪਈ। ਲੋਕ ਕਹਿਣ ਲੱਗ ਪਏ ਮੁਸਲਮਾਨ ਹੋ ਜਾਣਾ ਇਹਨਾਂ ਤੇ, ਪਤਾ ਨਹੀਂ ਕੀ ਭਾਣਾ ਵਰਤਿਆ ਉਹਨੇ। ਭਾਈਆ ਜੈਰਾਮ ਜੀ ਸਭ ਤੋਂ ਵੱਧ ਮਨ ਕਰਕੇ ਉਦਾਸ ਨੇ, ਕੁਝ ਕਹਿ ਨਹੀਂ ਸਕਦੇ, ਕੁਝ ਬੋਲ ਨਹੀਂ ਸਕਦੇ, ਚੁੱਪ ਚਪੀਤੇ ਘਰ ਆ ਕੇ ਬਹਿ ਗਏ। ਬੇਬੇ ਨਾਨਕੀ ਜੀ ਨੇ ਪੁੱਛਿਆ ਤੇ ਦੱਸਿਆ ਕਿ ਅੱਜ ਬਹੁਤ ਵੱਡਾ ਮੈਨੂੰ ਦੁੱਖ ਹੈ। ਨਾਨਕ ਮਸੀਤੇ ਨਮਾਜ਼ ਪੜ੍ਹਨ ਗਏ ਨੇ ਤੇ ਸਭ ਨੂੰ ਪਤਾ ਹੈ ਕਿ ਜਦੋਂ ਮਸੀਤੇ ਕਿਸੇ ਨੂੰ ਦਾਖਲ ਕਰਦੇ ਨੇ ਤਾਂ ਇਸਲਾਮ ਦਾਖਲ ਕਰਕੇ ਹੀ ਮਸੀਤ ਦਾਖਲਾ ਹੁੰਦਾ ਹੈ। ਮਸੀਤ ਤੋਂ ਬਾਹਰ ਆਉਣ ਦਾ ਮਤਲਬ ਹੀ ਹੈ ਕਿ ਮੁਸਲਮਾਨ ਬਣ ਜਾਣਾ ਹੈ। ਬੇਬੇ ਕਹਿਣ ਲੱਗੇ ਕੋਈ ਗੱਲ ਨਹੀਂ, ਭਰੋਸਾ ਰੱਖੋ, ਕੁਝ ਨਹੀਂ ਹੁੰਦਾ। ਜੇ ਨਹੀਂ ਭਰੋਸਾ ਤੇ ਆਪਣਾ ਸੇਵਕ ਭੇਜੋ ਜੋ ਮੌਕੇ ਵਾਰਦਾਤ ਨੂੰ ਦੇਖੇ ਤੇ ਤੁਹਾਨੂੰ ਆ ਕੇ ਦੱਸੇ। ਇਹ ਗੱਲ ਬੇਬੇ ਦੀ ਭਾਈਆ ਜੈਰਾਮ ਜੀ ਨੂੰ ਜੱਜ ਗਈ। ਆਪਣੇ ਸੇਵਕ ਜਿਹਨਾਂ ਭਾਈ ਨਿੱਧਾ ਨਾਮ ਸੀ ਕਹਿਣ ਲੱਗੇ ਜਾ ਨਿੱਧਿਆ ਤੂੰ ਭੀੜ ਵਿੱਚ ਦਾਖਲ ਹੋ ਜਾ।
ਜਿੱਥੇ ਨੇੜੇ ਤੋਂ ਨੇੜੇ ਪਹੁੰਚ ਸਕੇ ਜਾ ਅਤੇ ਦੇਖੀ ਮਸੀਤ ਦੇ ਅੰਦਰ ਕੀ ਹੁੰਦਾ ਹੈ। ਨਿੱਧਾ ਭੀੜ ਦੇ ਵਿੱਚੋਂ ਲੰਘਦਾ ਇੱਕ ਤੋਂ ਅੱਗੇ ਕਰਦਾ ਕਰਦਾ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਦਰਸ਼ਨ ਕਰ ਸਕਦਾ ਸੀ। ਅੱਗੇ ਜਾ ਕੇ ਦੇਖਿਆ ਨਵਾਬ ਦੌਲਤ ਖਾਨ ਕੋਲ ਖੜੇ ਨੇ, ਗੁਰੂ ਨਾਨਕ ਸਾਹਿਬ ਕੋਲ ਖੜੇ ਨੇ। ਹੁਣ ਗੱਲਬਾਤ ਤੇ ਨਹੀਂ ਸੁਣ ਪਾ ਰਿਹਾ ਪਰ ਦੇਖ ਰਿਹਾ ਹੈ ਸਾਹਮਣੇ ਜੋ ਕੁਝ ਹੋਏਗਾ ਦੇਖੇਗਾ। ਉੱਥੋਂ ਅੱਜ ਦੇ ਦਰਸ਼ਨ ਆਰੰਭ ਕਰਦੇ ਹਾਂ। ਗੁਰਦੇਵ ਕਿਰਪਾ ਕਰਨ ਸਾਡਾ ਵੀ ਧਿਆਨ ਕਿਤੇ ਟਿਕ ਸਕੇ ਤੇ ਅਸੀਂ ਧਿਆਨ ਦੇ ਨਾਲੇ ਦਰਸ਼ਨ ਕਰ ਸਕੀਏ। ਜਦੋਂ ਸਾਰੇ ਪਹੁੰਚ ਗਏ, ਆਲੇ ਦੁਆਲੇ ਦੇ ਲੋਕ ਜਿਹੜੇ ਪਿਆਰ ਵਾਲੇ ਸਨ ਉਹ ਰੱਬ ਨੂੰ ਚੇਤੇ ਕਰਨ ਲੱਗੇ ਪਏ, ਰੱਬਾ ਤੂੰ ਹੀ ਮਦਦ ਕਰ, ਆਪੇ ਹੀ ਪਤ ਰੱਖ ਸੀ। ਬੜਾ ਪਿਆਰਾ ਬਚਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ, ਜੋ ਮਹੱਲੇ ਤੀਸਰੇ ਦੇ ਬਚਨਾਂ 'ਚ ਹੁੰਦਾ, ਨਾਨਕ ਆਪੇ ਹੀ ਪਤ ਰੱਖ ਸੀ। ਤੇ ਸੰਗਤ ਵੀ ਉਸ ਵਕਤ ਦੀ, ਮੈਂ ਸੰਗਤ ਹੀ ਕਹਾਂਗਾ ਕਿ ਜੋ ਭੈ ਵਿੱਚ ਹੈ, ਬੰਦਗੀ ਵਿੱਚ ਹੈ, ਉੱਥੇ ਠੀਕ ਹੈ ਤਮਾਸ਼ਬੀਨ ਵੀ ਹੋਣਗੇ ਪਰ ਬਹੁਤੇ ਬਜ਼ੁਰਗ ਭੈ ਵਿੱਚ ਨੇ, ਅਦਬ 'ਚ ਨੇ ਵੀ ਇਹ ਕੀ ਹੋ ਚੱਲਿਆ। ਉਹ ਕਹਿ ਰਹੇ ਨੇ, ਹੇ ਪਰਮੇਸ਼ਰ ਹੁਣ ਤੂੰ ਹੀ ਪਤ ਰੱਖ। ਉਹ ਸਿਮਰਨ 'ਚ ਆਪਣੇ ਆਪਣੇ ਢੰਗ ਨਾਲ ਹਰ ਕੋਈ ਜੀ ਚੁੱਟਿਆ ਹੈ। ਦੇਖਦੇ ਨੇ, ਨਿੱਧਾ ਦੇਖ ਰਿਹਾ ਹੈ। ਕਾਜੀ ਬਹੁਰ ਨਿਬਾਬ ਨੀਰ ਲੈ ਕਰ ਤਬੈ। ਹੁਣ ਕਾਜੀ ਤੇ ਨਵਾਬ ਸਾਹਿਬ ਉੱਥੇ ਖੜੇ ਨੇ ਤੇ ਜਿਵੇਂ ਆਪਾਂ ਕਹਿੰਦੇ ਕਿ ਚਲੋ ਅਰਦਾਸ ਕਰੀਏ, ਹੱਥ ਸੁੱਚੇ ਕਰ ਲਈਏ, ਤੇ ਉਹਨੂੰ ਹੀ ਅੱਗੇ ਵਧਣ ਲੱਗੇ ਨੇ। ਉਹਨਾਂ ਵੀ ਪਾਣੀ ਲਿਆ, ਕਰ ਅਰ ਚਰਨ ਪਖਾਰ ਕਰਿਓ ਸ਼ੁੱਧ ਤਨ ਸਬੈ। ਉਹਨਾਂ ਵੀ ਆਪਣਾ ਹੱਥ ਮੂੰਹ ਧੋਤਾ, ਉਹ ਉਹਨੂੰ ਉਜ਼ੂ ਕਰਨਾ ਕਹਿੰਦੇ ਨੇ। ਜਿਹਨੂੰ ਆਪਾਂ ਕਦੇ ਕਦੇ ਕਹਿੰਦੇ ਨਾ ਕਿ ਚਲੋ ਚੂੜੀ ਕਰ ਲਈਏ, ਹੱਥ ਮੂੰਹ ਧੋ ਲਈਏ, ਸੁੱਚੇ ਕਰ ਲਈਏ, ਉਹ ਕਹਿੰਦੇ ਨੇ ਉਜ਼ੂ ਕਰ ਲਈਏ। ਗੁਰਬਾਣੀ ਜ਼ਿਕਰ ਕਿਆ ਉਜ਼ੂ ਪਾਕ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰਨਾਏ। ਉਜ਼ੂ ਕਰਨਾ ਭਾਵ ਹੱਥ ਸੁੱਚੇ ਕਰਨਾ। ਜਿਵੇਂ ਅਸੀਂ ਪਾਠ ਕਰਨ ਲੱਗੇ ਜਾਂ ਅਰਦਾਸ ਕਰਨ ਲੱਗੇ ਕਹਿੰਦੇ ਹੱਥ ਸੁੱਚੇ ਕਰੀਏ, ਇੱਦਾਂ ਉਹ ਵੀ ਨਮਾਜ਼ ਪੜ੍ਹਨ ਲੱਗੇ ਹੱਥ ਸੁੱਚੇ ਕਰਦੇ ਨੇ। ਉਹਨਾਂ ਨੇ ਜਾਲੇ ਹੈ, ਹੱਥ ਸੁੱਚੇ ਕੀਤੇ ਨੇ। ਠਾਂਡੇ ਦੋਨੋਂ ਹੋਏ ਬਦਨ ਪਸ਼ਚਮ ਦਿਸ਼ਾ। ਦੋਨੋਂ ਸਾਹਮਣੇ ਖੜੇ ਹੋ ਗਏ ਨੇ ਲਹਿੰਦੇ ਵੱਲ ਮੂੰਹ ਕਰਕੇ, ਕਿਉਂਕਿ ਇਸਲਾਮ ਦੇ ਜੋ ਭਾਵਨਾਤਮਕ ਉਹਨਾਂ ਦਾ ਕੇਂਦਰ ਹੈ ਉਹ ਪਸ਼ਚਮ ਦਿਸ਼ਾ 'ਚ ਪੈਂਦਾ ਹੈ। ਅਤੇ ਕਾਬੇ ਨੂੰ ਮੁੱਖ ਰੱਖ ਕੇ ਪਸ਼ਚਮ ਦਿਸ਼ਾ ਵੱਲ ਤੈਅ ਕਰਕੇ ਉਹ ਨਮਾਜ਼ ਪੜ੍ਹਦੇ ਨੇ। ਹੁਣ ਉਹ ਖੜੇ ਨੇ, ਆਲੇ ਦੁਆਲੇ ਹੋਰ ਵੀ ਲੋਕ ਖੜੇ ਹੋਣਗੇ ਕਿਉਂਕਿ ਨਮਾਜ਼ ਦਾ ਵਕਤ ਹੈ ਮਸੀਤ ਵਿੱਚ। ਲਹਿੰਦੇ ਵੱਲ ਮੂੰਹ ਕਰਕੇ ਖੜੇ ਨੇ। ਹੋ ਧਰ ਹੋ ਕਰ ਧਰ ਜਾਨੂ ਕਾਨ ਨਿਵੈ ਪੁਨ ਪੁਨ ਰਸਾ। ਅਤੇ ਨਮਾਜ਼ ਪੜ੍ਹਨ ਦੀ ਇੱਕ ਵਿਸ਼ੇਸ਼ ਜੁਗਤ ਹੈ। ਉਹ ਆਪਣੇ ਮੁੱਖੋਂ ਆਪਣੇ ਜੋ ਵੀ ਕਲਾਮ ਨਾਲ ਪੜ੍ਹਨਾ ਹੁੰਦਾ ਪੜ੍ਹਦੇ ਨੇ, ਫਿਰ ਕਦੇ ਗੋਡਿਆਂ ਪਰਨੇ ਹੁੰਦੇ ਨੇ, ਕਦੇ ਕੰਨਾਂ 'ਤੇ ਹੱਥ ਰੱਖਦੇ ਨੇ, ਕਦੇ ਜਾਂ ਪੱਟਾਂ 'ਤੇ ਹੱਥ ਰੱਖਦੇ ਨੇ। ਉਹਨਾਂ ਦੀ ਆਪਣੀ ਇੱਕ ਸਿਸਟਮ ਹੈ, ਉੱਤੇ ਅਸੀਂ ਕੋਈ ਟੀਕਾ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਧਰਮ ਦੀ ਮਰਿਆਦਾ ਦੇ ਅੰਦਰ ਹੈ। ਉਹ ਆਪਣੇ ਤਰੀਕੇ ਦੇ ਨਾਲ ਨਮਾਜ਼ ਪੜ੍ਹਦੇ ਨੇ, ਜਿਹਦੇ ਵਿੱਚ ਸਰੀਰਕ ਐਕਸਰਸਾਈਜ਼, ਉੱਠਣਾ ਬੈਠਣਾ, ਕੰਨਾਂ ਨੂੰ ਹੱਥ ਲਾਉਣਾ ਹੈ, ਇਹ ਤਮਾਮ ਕਿਰਿਆਵਾਂ ਨੇ ਕਰਦੇ ਨੇ। ਨਵਾਬ ਤੇ ਕਾਜ਼ੀ ਜਿਹੜੇ ਨਮਾਜ਼ ਪੜ੍ਹਦੇ ਨੇ ਉਹ ਇਸ ਤਰ੍ਹਾਂ ਕਰ ਰਹੇ ਨੇ। ਆਪ ਮਸੀਤ ਹੈ ਮਦ ਹਿਰਦੈ ਕਿਤ ਕਿਤ ਗਏ। ਦਰਅਸਲ ਨਮਾਜ਼ ਤੇ ਪੜ੍ਹ ਰਹੇ ਨੇ ਪਰ ਨਮਾਜ਼ ਪੜ੍ਹਦਿਆਂ ਉਹਨਾਂ ਦੇ ਖਿਆਲ, ਉਹਨਾਂ ਦੇ ਮਨ ਆਪ ਕਿਤੇ ਦੇ ਕਿਤੇ ਉਡਾਰੀਆਂ ਮਾਰ ਕੇ, ਜਿਵੇਂ ਅਸੀਂ ਵੀ ਇੱਦਾਂ ਹੀ ਕਰਦੇ ਹਾਂ। ਅਸੀਂ ਹੀ ਨਹੀਂ, ਲਗਭਗ ਧਰਮ ਖੇਤਰ 'ਚ ਪ੍ਰਵੇਸ਼ ਕਰਨ ਵਾਲੇ ਬੰਦੇ ਕੇਵਲ ਸੰਤ ਨੂੰ ਛੱਡ ਕੇ ਬਾਕੀ ਸਾਰੇ ਅਸੀਂ ਭਟਕਦੇ ਹੀ ਹਾਂ, ਇੱਦਾਂ ਹੀ ਕਰਦੇ ਹਾਂ। ਅਸੀਂ ਸਾਰੇ ਜਾਣਦੇ ਹਾਂ ਅਰਦਾਸ ਦੇ 5-7 ਮਿੰਟ ਹੁੰਦੇ ਨੇ, ਉਹਨਾਂ ਸਮੇਂ ਦੇ ਵਿੱਚ ਵੀ ਸਾਡਾ ਮਨ ਕਿੱਧਰ ਕਿੱਧਰ ਉਡਾਰੀਆਂ ਨਹੀਂ ਮਾਰਦਾ। ਕਿਧਰੇ ਹੁਕਮਨਾਮਾ ਸੁਣਨਾ ਹੋਵੇ ਤਾਂ ਬੜਾ ਔਖਾ ਲੱਗਦਾ, ਇੰਨਾ ਲੰਬਾ ਵੱਡਾ ਹੁਕਮਨਾਮਾ ਆ ਗਿਆ, ਭਾਈ ਵਾਸੀ ਨਹੀਂ ਕਰਦਾ, ਅਸੀਂ ਟਿਕਦੇ ਹੀ ਨਹੀਂ, ਮਨ ਨਹੀਂ ਟਿਕਦਾ। ਮਜਬੂਰੀ ਸਾਡੀ ਮਨੁੱਖਾਂ ਦੀ, ਕਿਉਂ ਕਿਸੇ ਕਲਪਨਾਵਾਂ 'ਚ ਉਲਝੇ ਹਾਂ, ਲੋੜਾਂ ਨਾਲ ਭਰੇ ਹਾਂ। ਇਹ ਵੀ ਨਮਾਜ਼ ਪੜ੍ਹਦੇ ਨੇ, ਮਨ ਕਰਕੇ ਕੋਈ ਕਿਧਰੇ ਗਿਆ, ਕੋਈ ਕਿਧਰੇ ਗਿਆ। ਧਰ ਪਰ ਧਰ ਸਿਰ ਉਠਤ ਬਾਰ ਬਹੁ ਬਿਨਏ। ਹੁਣ ਉਹ ਜੋ ਸਰੀਰਕ ਕਿਰਿਆ ਤੇ ਕਰ ਰਹੇ ਨੇ, ਕਦੇ ਸਿਰ ਜ਼ਮੀਨ 'ਤੇ ਰੱਖਦੇ ਨੇ,
एक वार की नमाज विच भी कई बार उन्हें मत्था टेकना पैंदा है। आप नूं पता भी जो 5 वक्त के नमाजी ने ना, वो मत्थे ते पाए हुए निशान तो पछाणे जाते हैं कि एक नमाज विच भी घट्टो घट्ट 5 बार मत्था जमीन ते लाउंदे ने ते 5 बार उन्हें नमाज पढ़नी है। ये दिहाड़ी च कई बार मत्था उन्हां दा जमीन ते लगदा है तो उन्होंने मत्थे ते चटाक पिया हुंदा है। जिवें चौकड़ी मार के बैठने वाले बहुते अभ्यासियों के गिटियां ते निशान बन जाते हैं, इस तरह उन्होंने नमाजियों के मत्थे ते निशान बन जाता है। मत्थे ते निशानी देख के अंदाज़ा लग जाता 5 वक्त का नमाजी है। हुण अपने सारी जुगत विहार करके करके पूर निवाज सो नानक सो कहे, क्योंकि वो नमाज पढ़ते रहे ने ते नानक पातशाह साहब जी कोल खड़े मुस्कुराते रहे ने। नमाज की प्रक्रिया के दरम्यान वो बोल नहीं सकते, चुप कीते रहे ने। जदों नमाज पूरी हो गई फिर थोड़े जे औखे जो के कहन लगे, हो ठांडो क्यों तुम रहे, ना डर उर में आहे। मसीत विच आके नमाज के समय इतना खलोना तुहानूं भै नहीं आउंदा? और ये हर धर्म खेतर विच है। उत्थों के धर्म मुकाम ते जाके उत्थों के मुख क्रिया के विच भी जाके भी वो क्रिया ना करनी बहुत बड़ा खतरा मुल लेना होता है। अज भी असीं वेखिए, असीं अरदास करिए तो कुट के ना खलोवे तो असीं फड़ के खड़ा कर देने हैं। जो नानक नाम चढ़ती कला ते मत्था ना टेके तो असीं भी कहीं टेक मत्था। बड़ा नवड्डा जिगरा चाहिए इस सभो जी गल्लां दे विच। औखे ने, बल्कि वक्त का नवाब है। तो थोड़ा जा कहने लगे, डर नहीं तुहानूं हुंदा कि मसीत विच खलो के तुसां ने मर्यादा की उलंघना की है, तुसां मसीत विच खलो के साडे हुक्म की उलंघना की, हुक्म अदोली की है। महाराज वे शांत ठरमे ना कहन लगे, नानक आनन भाने खान का नह सुनो। सतगुरु कहन लगे, खान साहब मैनू डर आउंदा रब तो, मैं खुदा तो डरदा, पर मैं इत्थे आपां आए सी नमाज अदा करन वास्ते। पर मेरी एक गल ते सुनो, किह संग करो निवाज लाज नह तुम मानो। तुसीं मैनूं कहंदे हो कि डर नहीं आउंदा, पर की तुहानूं लाज आउंदी है? लाज का मतलब सीधा कि शर्म, कि तुहानूं मसीत विच खलो के झूठ बोलण ते शर्म आउंदी है? हैरान हो गया भी मैं तो वक्त का नवाब हाँ, मैनू अगों ये कहना जवाब देना और ये कहना कि तुम मसीह च आके तुसीं लाज नहीं करते, निर्लज शर्म नहीं आती। ठांडे आप मसीत ना मन ठहराया। महाराज कहने लगे, नवाब साहब तुसीं खलोते हो मसीत विच, पर की तुहाडा मन मसीत विच है? की तुहाडा मन टिकिया होया? करत खरीद तुरंग तरल मन तर लिया। तुसीं आप ते बाज़ार विच जाके काबल ते कंधार दी मंडियां बड़ी वड्डी सोहणियां घोड़ियां दियां हुंदियां ने, तुसीं कंधार ते काबल दे बाज़ारां 'च फिरदे हो, उत्थे बड़े चतुर ते चंचल घोड़े लभदे फिरदे हो। कूरे बीच मसीत निवै कब सर लिया। की झूठ नहीं है कि तुसीं जो मुखों पढ़ रहे हो वो मनों नहीं कर रहे, तो जो मनों कर रहे हो वो किसी को पता नहीं, पर जिहदे अगे खड़े हो कि उन्होंने नहीं पता। तुसीं मसीत विच आके कूड़ करदे हो, झूठ बोलते हो, नुतों तो नमाज पढ़न का दिखावा करते हो, तो अंदर तुहाडा सारा ध्यान तो बाज़ार विच है, घोड़े खरीदण विच है। की नमाज पढ़दे हाँ जां मसीत विच आके तुहाडा मन सरल होया कि सीधा सावधान इत्थे अपने खुदा की इबादत वास्ते टिके हो? जे करनी सो मूल न थिर उर मह करा। तो तुहानूं पता है बंदगी भगती कहो, बंदगी कहो, इबादत कहो, तुसीं नमाज कहो, प्रार्थना अरदास कहो, ये मन करके हुंदी है। तो तुसां ते मन करके कीते कुछ नहीं, तुहाडी इबादत ते थां ही नहीं पई, तुहाडी इबादत ते प्रभु दे हुई नहीं, कीती नहीं। मैं किहदे नाल नमाज अदा करदा? हो बेस बंदगी धरियो दसो दिश मन फेरा। तुसीं बंदगी करन दा ये लिबास ही पाया ना कि असीं नमाज पढ़न आए हाँ,
ਅਸੀਂ ਬੜੇ ਵੱਡੇ ਨਮਾਜ਼ੀ ਹਾਂ, ਔਰ ਸ਼ਾਇਦ ਆਪ ਨੇ ਵੇਖਿਆ ਹੋਣਾ ਜਿਹੜੇ ਪੱਕੇ ਨਮਾਜ਼ੀ ਨੇ, ਅੱਜ ਜਿਵੇਂ ਅਸੀਂ ਹਜ਼ੂਰੀਆ ਲੈ ਕੇ ਬੈਠਦੇ ਹਾਂ, ਇਸ ਤਰ੍ਹਾਂ ਨਮਾਜ਼ੀਆਂ ਨੇ ਇੱਕ ਤਿਕੋਣਾ ਜਿਹਾ ਕਰਕੇ ਗਲ ਸਕਾਰਫ ਰੁਮਾਲ ਪਾਇਆ ਹੁੰਦਾ, ਸਿਰ 'ਤੇ ਉਹਨਾਂ ਨੇ ਉਸ ਵਕਤ ਟੋਪੀ ਪਾਈ ਹੁੰਦੀ ਹੈ। ਅੱਗੋਂ ਪਿੱਛੋਂ ਕੋਈ ਪਾਵੇ ਨਾ ਪਾਵੇ, ਪਰ ਨਮਾਜ਼ ਪੜ੍ਹਦੇ ਹੋਏ ਉਹ ਵੀ ਸਿਰ ਢੱਕ ਕੇ ਬੈਠਦੇ ਨੇ, ਨਹੀਂ ਤਾਂ ਰੁਮਾਲ ਹੀ ਬੰਨੇ ਹੁੰਦੇ ਨੇ, ਟੋਪੀ ਪਾਈ ਹੁੰਦੀ ਹੈ। ਮਹਾਰਾਜ ਕਹਿੰਦੇ ਤੁਸੀਂ ਵੇਖ ਤੇ ਨਮਾਜ਼ੀ ਦਾ ਪਾਇਆ ਹੋਇਆ ਹੈ, ਪਰ ਕੀ ਅਸਲੀਅਤ ਤੁਸੀਂ ਨਮਾਜ਼ੀ ਹੋ? ਕੀ ਤੁਸੀਂ ਨਮਾਜ਼ ਕੀਤੀ ਹੈ? ਤੁਸਾਂ ਭੇਸ਼ ਲਿਬਾਸ ਹੀ ਕੇਵਲ ਧਰਮ ਦਾ ਪਾਇਆ। ਕਹਿ ਕਾਜੀ ਤੁਮ ਪਾਜ ਬਖਾਨਤ ਡਰ ਨਹੀਂ। ਨਵਾਬ ਤੇ ਕੁਝ ਨਹੀਂ ਬੋਲਿਆ। ਹੁਣ ਕਾਜੀ ਕੋਲ ਖੜਾ ਹੈ, ਕਿਉਂਕਿ ਕਾਜੀ ਨੇ ਤੇ ਨਵਾਬ ਦੀ ਹੀ ਗੱਲ ਕਰਨੀ ਨੇ। ਨਵਾਬ ਦੀ ਚਾਪਲੂਸੀ ਵਿੱਚ ਥੋੜ੍ਹਾ ਜਿਹਾ ਨਾਨਕ ਪਾਤਸ਼ਾਹ ਸਾਹਿਬ ਦੇ ਬਾਬਤ ਤਲਖ ਲਹਿਜੇ 'ਚ ਕਹਿਣ ਲੱਗਾ, ਤੁਮ ਪਾਜ, ਤੂੰ ਪਾਜੀ ਹੈ। ਅਸੀਂ ਪਾਜੀ ਪੁਰਾਣਾ ਸ਼ਬਦ ਹੈ, ਪਾਜੀ ਦਾ ਮਤਲਬ ਦਾ ਕਾਇਰ, ਤੂੰ ਕਾਇਰ ਹੈ, ਤੂੰ ਝੂਠਾ ਹੈ। ਤੈਨੂੰ ਪਤਾ ਨਹੀਂ ਨਵਾਬ ਸਾਹਿਬ ਨੇ ਨਮਾਜ਼ ਕੀਤੀ ਹੈ, ਤੈਨੂੰ ਡਰ ਨਹੀਂ ਆਉਂਦਾ ਨਵਾਬ ਸਾਹਿਬ ਨਾਲ ਗੱਲ ਕਰਦੇ ਹਾਂ। ਖਰੇ ਹੋ ਹਦੂਰ ਨਵਾਬ ਨਾ ਬੋਲੋ ਸਮਝ ਹੀ। ਤੈਨੂੰ ਨਵਾਬ ਸਾਹਿਬ ਦੇ ਸਾਹਮਣੇ ਗੱਲ ਕਰਨ ਦੀ ਸਮਝ ਨਹੀਂ ਹੈ। ਨਵਾਬਾਂ ਨਾਲ ਕਿਵੇਂ ਗੱਲ ਕਰੀਦੀ ਹੈ, ਉਹ ਵੀ ਮਸੀਤ ਵਿੱਚ ਖਲੋ ਕੇ ਨਵਾਬ ਸਾਹਿਬ ਦੇ ਨਾਲ ਇੱਦਾਂ ਦੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ, ਇਹ ਗਲਤ ਬਿਆਨੀ ਹੈ। ਹੋ ਆਨਨ ਭਨ ਹੀ ਖਾਨ ਸਾਚ ਨਾਨਕ ਕਹੀ। ਨਵਾਬ ਦੌਲਤ ਖਾਂ ਸਰਲ ਹਿਰਦੇ ਦਾ ਮਨੁੱਖ ਸੀ। ਅਸੀਂ ਪਿਛਲੀਆਂ ਸਾਖੀਆਂ ਵਿੱਚ ਲਗਾਤਾਰ ਵਾਚ ਰਹੇ ਕਿ ਨਵਾਬ ਦੇ ਹਿਰਦੇ ਵਿੱਚ ਕਪਟ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਭਾਵ ਰੱਖਦੇ ਨੇ, ਪਿਆਰ ਹੈ, ਪਰ ਇਹ ਕਦੇ ਕਦੇ ਸਮਾਜਿਕ ਪਰਿਸਥਿਤੀਆਂ, ਹਾਲਤਾਂ ਜਾਂ ਜੋ ਸਾਡੇ 'ਤੇ ਇੱਕ ਹਉਮੈ ਦਾ ਪੜਦਾ ਹੁੰਦਾ ਹੈ, ਉਹ ਕੁਝ ਕੰਮ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ। ਅਤੇ ਦੂਜੇ ਪਾਸੇ ਸਰੀਰਕੀ ਕਰਤਾ ਪੁਰਖ ਦੀ ਕੁਝ ਵਿਧਾ ਹੁੰਦੀਆਂ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਹਿ ਸਕੀਏ, ਉਹਨਾਂ ਦੇ ਆਪਣੇ ਕਰਤੱਵ ਨੇ, ਕੌਤਕ ਨੇ, ਜੋ ਨਾਨਕ ਸਤਿਗੁਰੂ ਪਾਤਸ਼ਾਹ ਨੇ ਕਰਨੇ ਨੇ, ਹੋ ਰਹੇ ਨੇ, ਉਹਨਾਂ ਦੇ ਅਧੀਨ ਹੀ ਸਾਰਾ ਕੁਝ ਹੋ ਰਿਹਾ। ਨਵਾਬ ਸ਼ਾਂਤ ਹੋ ਗਿਆ, ਕਹਿਣ ਲੱਗਾ, ਹਾਂ ਨਾਨਕ ਠੀਕ ਕਹਿੰਦੇ ਨੇ, ਕਾਜੀ ਸਾਹਿਬ ਤੁਸੀਂ ਚੁੱਪ ਕਰੋ। ਨਵਾਬ ਸਾਹਿਬ ਨੇ ਠੀਕ ਕਿਹਾ, ਵਾਕਿਆ ਹੀ ਮੇਰਾ ਮਨ ਹੋ ਮਨ ਮਮ ਗਇਓ ਕੰਧਾਰ ਸਮੇਂ ਸਿਜਦੇ ਸਹੀ। ਇਹ ਸੱਚ ਹੈ, ਆ ਸਿਜਦੇ ਦੇ ਵਕਤ ਮੇਰਾ ਮਨ ਕਾਬਲ ਕੰਧਾਰ ਦੇ ਬਾਜ਼ਾਰ ਵਿੱਚ ਸੀ। ਜਦੋਂ ਇਸ ਨੂੰ ਹੋਰ ਠਹਿਰ ਕੇ ਵਾਚਣ ਦਾ ਯਤਨ ਕਰਦੇ ਆ ਨਾ, ਤੇ ਪਤਾ ਲੱਗਦਾ ਹੈ ਕਿ ਜੋ ਪਿਛਲੇ 2-3 ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਸਹੁਰਾ ਸਾਹਿਬ ਬਾਬਾ ਮੂਲਚੰਦ ਜੀ ਨੇ ਅਪੀਲ ਕੀਤੀ ਹੋਈ ਸੀ, ਤੇ ਉਹ ਅਪੀਲ ਦੇ ਦਰਮਿਆਨ ਉੱਥੇ ਸੁਣਵਾਈ ਕਰਦਿਆਂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪ੍ਰਤੀ ਕਦੇ ਮੁੱਲਾਂ ਭੇਜਿਆ, ਕਦੇ ਹੋਰ ਵਿਅਕਤੀ ਭੇਜਿਆ, ਆਉਣਾ ਜਾਣਾ ਬੁਲਾਉਣ ਦੇ ਵਿੱਚ ਇਹ ਕਈ ਦਿਨ ਗੁਜ਼ਰ ਗਏ ਸਨ। ਇਹਨਾਂ ਸਮਿਆਂ ਨਵਾਬ ਦੇ ਉਲੀਕੇ ਪ੍ਰੋਗਰਾਮਸ ਦੇ ਮੁਤਾਬਕ ਨਵਾਬ ਨੇ ਕਾਬਲ ਜਾ ਕੇ ਘੋੜੇ ਖਰੀਦਣੇ ਸੀ ਕਿ ਘੋੜੇ ਵਧੀਆ ਕਾਬਲ ਤੋਂ ਮਿਲਦੇ ਸਨ, ਅਤੇ ਲੋਕ ਘੋੜੇ ਖਰੀਦਣ ਵਾਸਤੇ ਦੂਰ ਦੁਰੇਡੇ ਸਫ਼ਰ ਕਰਦੇ ਸਨ। ਨਵਾਬ ਨੇ ਬਾਜ਼ਾਰ ਘੋੜੇ ਖਰੀਦਣ ਜਾਣਾ, ਇੱਥੋਂ ਦੀ ਉਲਝਣ ਕਰਕੇ ਨਵਾਬ ਕਾਬਲ ਦੇ ਬਾਜ਼ਾਰ ਨਹੀਂ ਜਾ ਸਕਿਆ। ਨਵਾਬ ਨੇ ਆਪਣਾ ਸਟਾਫ ਭੇਜ ਦਿੱਤਾ, ਅਤੇ ਹਰ ਇੱਕ ਬੰਦੇ ਨੂੰ ਚਿੰਤਾ ਹੁੰਦੀ ਨਾ ਕਿ ਪਤਾ ਨਹੀਂ ਬੰਦੇ ਚੰਗਾ ਘੋੜਾ ਖਰੀਦਣਗੇ ਕਿ ਨਹੀਂ, ਮਹਿੰਗਾ ਨਾ ਖਰੀਦ ਲੈਣ, ਕਿਉਂਕਿ ਘੋੜਿਆਂ ਦੀ ਚਾਲ, ਨਸਲ, ਰੰਗ ਢੰਗ ਬਹੁਤ ਕੁਝ ਦੇਖਣਾ ਹੁੰਦਾ ਹੈ। ਪਤਾ ਨਹੀਂ ਉਹ ਲਾਪਰਵਾਹੀ ਨਾ ਕਰਨ, ਉਹ ਕਿਤੇ ਗਲਤ ਪੈਸੇ ਨਾ ਲਾ ਆਉਣ, ਪੈਸੇ ਖਰਚ ਹੋਣ, ਘੋੜਾ ਚੰਗਾ ਨਾ ਮਿਲੇ। ਇਹ ਤਮਾਮ ਖਿਆਲਾਤ, ਤਮਾਮ ਉਲਝਣਾ ਨਵਾਬ ਦੇ ਮਨ ਵਿੱਚ ਸਨ। ਔਰ ਅਸੀਂ ਸਾਰੇ ਜਾਣਦੇ ਕਿ ਜਦੋਂ ਆ ਕੀਰਤਨ ਭਜਨ 'ਚ ਬੈਠੀ ਦਾ ਮਨ ਦੁਨੀਆ ਦੇ ਉਲਝਣਾ ਤੋਂ ਥੋੜ੍ਹਾ ਜਿਹਾ ਰੁਕਦਾ ਹੈ ਬਾਹਰਲੇ, ਅਤੇ ਫਿਰ ਮਨ ਆਪਣੀ ਉਲਝਣਾ ਲੈ ਕੇ ਤੁਰ ਪੈਂਦਾ। ਬਾਹਰਲੀ ਕਿਰਿਆਵਾਂ ਰੁਕਦੀਆਂ ਅਤੇ ਮਨ ਆਪਣੀ ਕਿਰਿਆ ਲੈ ਕੇ ਤੁਰ ਪੈਂਦਾ। ਕਚਹਿਰੀ ਦੀ ਕਿਰਿਆ ਰੁਕੀ ਹੈ ਅਤੇ ਮਨ ਆਪਣੇ ਨਿੱਜ ਦੀਆਂ ਕਚਹਿਰੀਆਂ ਲੈ ਕੇ ਤੁਰ ਪਿਆ। ਨਵਾਬ ਸਿੱਧਾ ਸਰਲ ਸੀਗਾ, ਕਹਿਣ ਲੱਗਾ, ਸੱਚ ਹੈ, ਮੇਰਾ ਮਨ ਵਾਕਿਆ ਹੀ ਸਿਜਦੇ ਦੇ ਸਮੇਂ, ਨਮਾਜ਼ ਦੇ ਸਮੇਂ ਬਾਜ਼ਾਰ ਵਿੱਚ ਫਿਰਦਾ ਸੀ। ਮੈਂ ਘੋੜਿਆਂ ਦੇ ਬਾਰੇ ਸੋਚ ਰਿਹਾ ਸੀ। ਪੁਨ ਕਾਜੀ ਬਚ ਭਨੈ ਤੁਮਹਾਰੋ ਮਨ ਗਇਓ। ਅਤੇ ਕਾਜੀ ਨੂੰ ਥੋੜ੍ਹਾ ਆਪਣੇ ਕਾਜੀ ਪੁਣੇ ਦਾ ਹੰਕਾਰ ਸੀ, ਥੋੜ੍ਹਾ ਜਿਹਾ ਕਾਹਲਾ ਹੋ ਕੇ ਕਹਿਣ ਲੱਗਾ, ਠੀਕ ਹੈ ਨਵਾਬ ਸਾਹਿਬ, ਤੁਹਾਨੂੰ ਤਾਂ ਸੌ ਕੰਮ ਹੁੰਦਾ ਹੈ,
ਤੁਹਾਡੇ ਤੇ ਕੰਮ ਹੀ ਇਹੋ ਜਿਹੇ ਨਵਾਬਾਂ ਦੇ, ਤੁਹਾਡਾ ਮਨ ਗਿਆ ਹੋਇਆ ਸੀ, ਪਰ ਮੈਂ ਤੇ ਇੱਥੇ ਸੀ ਨਾ। ਹਾਂ ਤਾਂ ਸਭ ਵਿਦ ਕਰੀ ਨਾ ਮਮ ਸੰਗ ਇਨ ਕੀਓ। ਦੇਖੋ ਮੈਂ ਤੇ ਪੂਰੀ ਮਰਿਆਦਾ ਮੁਤਾਬਕ ਨਮਾਜ਼ ਪੜ੍ਹੀ ਹੈ ਨਾ। ਹੋ ਸਕਦਾ ਤੁਸੀਂ ਵਿੱਚੋਂ ਕਲਮਾ ਭੁੱਲ ਗਏ ਹੋ ਸਕਦਾ ਤੁਹਾਡਾ ਧਿਆਨ ਉਖੜ ਗਿਆ। ਹੁਣ ਵੀ ਕਈ ਵਾਰ ਆਪਾਂ ਵੇਖਿਆ ਹੋਣਾ ਹੈ, ਆਪ ਦਾ ਸ਼ਹਿਜ਼ਾਦੀ ਤਜਰਬਾ ਹੋਵੇ, ਮੇਰਾ ਤੇ ਖਾਸ ਹੈ ਕਿ ਅਰਦਾਸ ਕਰਦਿਆਂ ਜਰਾ ਕੁ ਵੀ ਖਿਆਲ ਦੁਨੀਆਵੀ ਇੱਧਰ ਉੱਧਰ ਭਟਕ ਜਾਏ ਤੇ ਅਰਦਾਸ ਕਿੱਥੇ ਕਰਦੇ ਹਾਂ, ਕੀ ਲਫ਼ਜ਼ ਬੋਲਣਾ ਅਗਲਾ ਜੋ ਪੈਰਾਗ੍ਰਾਫ ਹੁੰਦਾ ਕੀ ਹੁੰਦਾ ਹੈ, ਸਕਿਪ ਹੋ ਜਾਂਦਾ ਹੈ, ਜ਼ੀਰੋ 'ਤੇ ਪਹੁੰਚ ਜਾਈਦਾ। ਕਈ ਵਾਰ ਤਾਂ ਸੁਝਦਾ ਵੀ ਨਹੀਂ ਵੀ ਅਰਦਾਸ ਕਰਦਿਆਂ ਕਿੱਥੇ ਸਾਂ। ਬੜੀ ਸਾਵਧਾਨੀ ਦੀ ਜ਼ਰੂਰਤ ਪੈਂਦੀ। ਠੀਕ ਹੈ ਜੇ ਪਹਿਲੇ ਦਰਜੇ 'ਤੇ ਖਲੋ ਕੇ ਰਟਨ ਜੋ ਮਰਜ਼ੀ ਪੜ੍ਹ ਜੀਏ, ਪਰ ਜਰਾ ਕੁ ਜੇ ਅਰਦਾਸ ਦੇ ਮੰਡਲ 'ਚ ਪ੍ਰਵੇਸ਼ ਕਰਨਾ ਹੈ ਤੇ ਬਹੁਤ ਇਕਾਗਰਤਾ ਮੰਗ ਕਰਦੀ ਹੈ। ਉੱਥੇ ਤੇ ਇੱਕ ਪਲ ਵਾਸਤੇ ਵੀ ਅਗਰ ਥੋੜ੍ਹੀ ਜਿਹੀ ਡਿਸਟਰਬੈਂਸ ਹੋ ਜਾਂਦੀ ਹੈ ਤੇ ਸਭ ਕੁਝ ਖਤਮ ਹੋ ਜਾਂਦਾ ਹੈ। ਕਿਉਂ ਤੇ ਆਰ ਪਾਰ ਦਾ ਖੇਲ ਹੈ, ਉਹਨੂੰ ਸੂਰੀ ਉੱਪਰ ਖੇਲਣਾ ਕਹਿੰਦੇ ਨੇ। ਗਿਰੇ ਤਾਂ ਠਹਾਰਨਾ ਹੈ ਵੀ ਸੂਲੀ 'ਤੇ ਖੇਡਦੇ ਹਨ, ਲਾਂਘੇ ਤੇ ਪਾਰ ਲਾਂਘੇ, ਡਿੱਗ ਪਏ ਤੇ ਜ਼ਮੀਨ 'ਤੇ। ਜਿਵੇਂ ਕਦੇ ਬਾਜ਼ੀ ਕਰਨ ਦੇਖਿਆ ਨਾ, ਬੱਚੇ ਰੱਸੀ 'ਤੇ ਤੁਰੇ ਜਾਂਦੇ ਨੇ, ਤੁਰਦੇ ਕਿਤੇ ਪਾਰ ਲਾਂਘੇ, ਜਰਾ ਕੁ ਤਾਲ ਤੋਂ ਉਖੜ ਗਏ, ਜੋ ਥੱਲੇ ਉਹਨਾਂ ਦੀ ਡੁਗਡੁਗੀ ਤਾਲ ਵੱਜ ਰਹੀ ਹੁੰਦੀ ਹੈ, ਜਰਾ ਕੁ ਧਿਆਨ ਤਾਲ ਦੀ ਬਜਾਏ ਕਿਤੇ ਬਾਹਰਲੇ ਮੇਲੇ 'ਚ ਲੋਕਾਂ ਨੂੰ ਚਲਾ ਗਿਆ, ਰੱਸੀ ਤੋਂ ਡਿੱਗ ਪਏਗਾ। ਗੁਰੂ ਕਿਰਪਾ ਕਰ ਸਾਨੂੰ ਸਮਝ ਆਏ ਕਿ ਅਰਦਾਸ ਕਰਦਿਆਂ ਪਾਠ ਕਰਦਿਆਂ ਬੜੀ ਇਕਾਗਰਤਾ ਦੀ ਜ਼ਰੂਰਤ ਹੈ। ਔਰ ਸਭ ਤੋਂ ਕਠਿਨ ਐਕਸਰਸਾਈਜ਼ ਇਹੀ ਹੈ, ਮਨ ਨੂੰ ਰੁਕਾਉਣਾ। ਮਨ ਦੇ ਫੁਰਨੇ ਨੂੰ ਅਸੀਂ ਜ਼ੋਰ ਨਾਲ ਰੋਕ ਨਹੀਂ ਸਕਦੇ, ਕਿਉਂਕਿ ਮਨ 'ਤੇ ਸਾਡਾ ਜ਼ੋਰ ਨਹੀਂ ਚੱਲਦਾ। ਉਹ 'ਤੇ ਬੜਾ ਨਿਸ਼ਚਿੰਤ ਜਿਹਾ ਹੋ ਕੇ ਗੁਰੂ ਕਿਰਪਾ ਕਰਨ ਤੇ ਕਿਤੇ ਮਨ ਅਰਦਾਸ ਦੇ 5-7 ਮਿੰਟਾਂ 'ਚ ਟਿਕਦਾ ਹੈ, ਨਹੀਂ ਤੇ ਨਹੀਂ ਟਿਕਦਾ। ਹਾਂ, ਉੱਤੋਂ ਅਸੀਂ ਮਰਿਆਦਾ ਪੂਰੀ ਨਿਭਾ ਲੈਂਦੇ ਹਾਂ। ਠੀਕ ਹੈ, ਵੇਖਣ ਨੂੰ ਲੱਗਦਾ ਕਿ ਹਾਂ ਬਹੁਤ ਸੋਹਣੀ ਮਰਿਆਦਾ ਦੇ ਨਾਲ ਬੜਾ ਸੋਹਣਾ ਲਫ਼ਜ਼ ਵੀ ਕਈ ਵਾਰ ਸਾਡੇ ਢੁਕਵੇਂ ਤੇ ਚੰਗੇ ਹੋ ਜਾਂਦੇ ਨੇ, ਪਰ ਅੰਦਰੋਂ ਮਨੁੱਖ ਨੂੰ ਖੁਦ ਹੀ ਪਤਾ ਹੁੰਦਾ ਕਿ ਜੋ ਮੈਂ ਲਫ਼ਜ਼ ਢੁਕਵੇਂ ਨੂੰ ਬੋਲ ਰਿਹਾ ਕਿ ਵਾਕਿਆ ਹੀ ਇਹਨਾਂ ਦੇ ਨਾਲ ਥੋੜ੍ਹਾ ਬਹੁਤਾ ਖੜਾ ਵੀ ਹਾਂ। ਇਹ ਹਰ ਇੱਕ ਨੂੰ ਆਪ ਹੀ ਪਤਾ ਹੈ। ਸਾਡੇ 'ਚੋਂ ਸ਼ਾਇਦ ਹੀ ਕੋਈ ਨਵਾਬ ਵਾਂਗ ਸਰਲ ਹਿਰਦੇ ਦਾ ਹੋਏਗਾ ਜੋ ਮਨ ਦੇ ਵੀ ਹਾਂ ਨਹੀਂ ਮੈਂ ਨਮਾਜ਼ ਪੜ੍ਹੀ ਹੈ ਪਰ ਮੇਰਾ ਮਨ ਕਾਬਲ ਸੀਗਾ। ਅਸੀਂ ਬਹੁਤੇ ਉਸ ਕਾਜੀ ਵਾਂਗ ਹਾਂ ਜਿਹੜੇ ਦਾਅਵੇ ਕਰਨ ਲੈ ਦੇਖਿਆ ਨਹੀਂ ਮੈਂ ਪੂਰੀ ਮਰਿਆਦਾ ਕੀਤੀ, ਦੇਖਿਆ ਨਹੀਂ ਜੋ ਕੁਛ ਮਰਿਆਦਾ ਦੱਸਿਆ ਗਿਆ ਅਸੀਂ ਪੂਰਾ ਕੀਤਾ। ਪਰ ਅਸੀਂ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਮਰਿਆਦਾ ਦੇ ਬਾਹਰਲੇ ਨੁਕਤਿਆਂ ਦਾ ਬੜੀ ਛੇਤੀ ਹਵਾਲਾ ਦੇ ਦਿਆਂਗੇ। ਦੇਖੋ ਜੇ ਮੈਂ ਤੇ ਆ ਵੀ ਪੂਰਾ ਕੀਤਾ, ਮੈਂ ਤੇ ਆ ਵੀ ਪੂਰਾ ਕੀਤਾ। ਬਾਹਰਲੇ ਸਟੈਪ 'ਤੇ ਲਗਭਗ ਅਸੀਂ ਸਾਰੇ ਪੂਰੇ ਕਰਦੇ ਹਾਂ, ਪਰ ਸੱਚ ਇਹ ਹੈ ਕਿ ਅੰਦਰਲਾ ਇੱਕ ਵੀ ਸਟੈਪ ਸਾਡੇ ਤੋਂ ਨਹੀਂ ਹੁੰਦਾ। ਕਾਜ਼ੀ ਕਹਿਣ ਲੱਗਾ ਜੇ ਦੇਖਿਆ ਮੈਂ ਤੇ ਪੂਰੀ ਨਮਾਜ਼ ਕੀਤੀ ਹੈ ਨਾ, ਤੇ ਮੇਰੇ ਨਾਲ ਤਾਂ ਤੁਸੀਂ ਕੁਝ ਨਹੀਂ ਕੀਤਾ। ਮੈਂ ਦੇਖਿਆ ਤੁਸੀਂ ਕੁਝ ਵੀ ਨਹੀਂ ਖੜੇ ਕਿ ਰਹੇ ਹੋ। ਮਨ ਅਜਾਨ ਨਿਜ ਪਰਦ ਪਰਾਵਨ ਚਾਹੀ। ਦਰਅਸਲ ਕਾਜ਼ੀ ਅਗਿਆਨੀ ਸੀ, ਕਲਮਾਂ ਯਾਦ ਸੀਗੀਆਂ, ਹੋ ਸਕਦਾ ਕੁਰਾਨ ਵੀ ਕਾਫੀ ਯਾਦ ਹੋਵੇ, ਪਰ ਮੂਰਖ ਸੀ, ਅਗਿਆਨੀ ਸੀ। ਦੇਖ ਰਿਹਾ ਵੀ ਨਵਾਬ ਦੇ ਦਿਲ ਦੀ ਗੱਲ ਦੱਸੀ ਗਈ ਹੈ, ਨਵਾਬ ਨੇ ਦਿਲੋਂ ਮੰਨ ਵੀ ਲਿਆ ਕਿ ਹਾਂ ਸੱਚ ਹੈ, ਤੇ ਫਿਰ ਵੀ ਆਪਣਾ ਪਰਦਾ ਖੋਲ੍ਹਣਾ ਚਾਹੁੰਦਾ ਹੈ। ਕਹਿਣ ਲੱਗਾ ਜੀ ਮੈਂ ਤੇ ਨਮਾਜ਼ ਪੂਰੀ ਕੀਤੀ ਹੈ। ਨਿਜ ਪਰਤ ਕਹਿੰਦੇ ਨੇ ਆਪਣੇ ਅੰਦਰ ਦੇ ਪਰਦੇ ਭੇਦ ਖੁਲਵਾਉਣ ਲੱਗਾ ਹੈ। ਸਤਿਗੁਰ ਹੱਸ ਪਏ, ਹੋ ਲਖਤ ਨਾ ਮੂਰਖ ਭੇਵ ਅਥਾਹ ਹੈ ਥਾਹ ਹੈ। ਮੂਰਖ ਜੋ ਆ ਅਗਿਆਨ ਮੱਤ ਜਿਹੜੀ ਹੈ ਨਾ, ਉਹ ਸਾਹਮਣੇ ਪਏ ਹੋਏ ਦੀਵੇ ਨੂੰ ਵੀ ਜਗਦੇ ਨੂੰ ਵੀ ਜਗਦਾ ਨਹੀਂ ਮੰਨਦੇ। ਕਹਿੰਦੇ ਨੇ ਜੀ ਮੈਂ ਕਰ ਰਿਹਾ, ਸਾਹਮਣੇ ਸਭ ਕੁਝ ਹੋ ਰਿਹਾ ਹੈ। ਨਵਾਬ ਸਵੀਕਾਰਤਾ ਵਿੱਚ ਹੈ ਕਿ ਹਾਂ ਵਾਕਈ ਮੈਂ ਨਮਾਜ਼ ਦੇ ਸਮੇਂ ਬਾਜ਼ਾਰ ਵਿੱਚ ਸਾਂ, ਮੈਂ ਭੁੱਲ ਕੀਤੀ ਹੈ। ਪਰ ਇਹ ਨਾ ਕੁਛ ਹੋਣ ਦੇ ਬਾਵਜੂਦ ਵੀ ਇਸੇ ਨੂੰ ਅਸੀਂ ਹੱਠ ਧਰਮਤਾ ਕਹਿੰਦੇ ਹਾਂ। ਇੱਕ ਸ਼ਬਦ ਹੈ ਹੱਠ ਧਰਮੀ, ਨਹੀਂ ਮੰਨਦਾ ਮੈਂ ਤੇ ਪੂਰਾ ਕੀਤਾ ਜੀ। ਪਰ ਸਿਆਣੇ ਕਹਿੰਦੇ ਵੀ ਇਹ ਮੂਰਖ ਸੀਗਾ, ਆਪਣੇ ਪਰਦੇ ਖੁਲਵਾ ਬੈਠਾ। ਬੋਲੇ ਨਾਨਕ ਬੈਨ, ਮਹਾਰਾਜ ਨੇ ਬੜੇ ਅਦਬ ਤੇ ਹਲੀਮੀ ਨਾਲ ਕਿਹਾ, ਸੁਖ ਗੁਣ ਦਇਆ, ਜਿਨ੍ਹਾਂ ਦੇ ਭੁੱਲਾਂ ਦੇ ਵਿੱਚ ਵੀ ਦਇਆ ਹੈ, ਤਰਸ ਹੈ। ਤਰਸ ਭਾਵ 'ਚ ਕਹਿਣ ਲੱਗੇ ਕਾਜੀ ਕਰੀ ਨਿਵਾਜ ਸਦਨ ਮੈਂ ਮੰਨ ਗਿਆ। ਕਾਜੀ ਸਾਹਿਬ ਸੱਚ ਦੱਸਿਆ ਜੇ ਨਮਾਜ਼ ਪੜ੍ਹਦੇ ਆ ਤੁਹਾਡਾ ਮਨ ਘਰ ਨਹੀਂ ਸੀ ਗਿਆ। ਬੜਵਾ ਜਯੋ ਵਿਸ਼ੇਰ ਗਰਤ ਤਹਿ ਪਾਸ ਹੈ। ਬੜਵਾ ਕਹਿੰਦੇ ਨੇ ਘੋੜੀ ਨੇ, ਤੁਹਾਡੇ ਘਰ ਘੋੜੀ ਸੂਈ ਹੈ, ਛੋਟਾ ਜਿਹਾ ਵਛੇਰਾ ਹੈ, ਅਤੇ ਤੁਹਾਡੇ ਘਰ 'ਚ ਕੱਚੀ ਖੂਹੀ ਹੈ। ਪੁਰਾਣੇ ਘਰਾਂ 'ਚ ਨਾ
बिना जो चाले पासे एक दीवार बनी होंदी है, उस तो बिना कच्चियां खूहियां जिते दीवारां नहीं होंदियां, उन्होंने गर्त भी कहते सन। भी तुहाडे घर घोड़ी सूई है, छोटा जिहा वछेरा है, तो कच्ची खूही गर्त टोआ भी तुहाडे घर हैगा। हों 300 नहंगर पर बहुत विश्वास है। किते वो छोटा जिहा बच्चा उछल कूद करदा उस खूही च ना डिग पवे, तुहाडा मन उत्थे नहीं सी? हर वक्त नमाज से पल पल तुहाडे मन च एक डर सी भी पता नहीं करदे न्याणे ध्यान रखणगे कि नहीं। कहते आए हैं भी ध्यान रखियो, पर न्याणे नहीं ना किते खेडां च लग गए, ध्यान ना रखिया तो निक्का जिहा बालका बच्चा खूह च डिग पिया। तो तुसीं ते लम्मे साह लैके मसां नमाज पूरी कीती है। देख के संग मन फिरत ना थिर एक छिन भया। तुहाडा मन तो उस बछड़े दे नाल फिरदा सी, तुसीं ते खड़े इत्थे भी ਉਹਨੂੰ देख रहे सी, तुहाडा ते मन एक पल भी इत्थे नहीं ठहरिया। सुन शुरन मैं खान बिगस मुख बच कहा। जदों खान साहब ने तो खुशी खुशी मन लिया सी भी हाँ भाई मैं तो इत्थे नहीं सी, मैं तो काबल सी। ते काजी साहब जो औखे जे होए सी, तैनूं पर्दा खुल के खान हस पए। नवाब दौलत खां हस के कहने लगा, काज हुण दसो, अपना पर्दा खुल गया ना? मेरा तो खुला ही खुला सी, अपना भी खुलवा बैठे हो, हुण दसो सच। तज हो साच तज हो काच कहो साच लाज निवारिए। नवाब कहने लगा, पाक काजी साहब हुण ते छड्ड दिओ अपना हंकार दा कच, हुण ते झूठ बोलना छड्ड दिओ, मसीते खलोते हो, सचो सच दसते हो, हुण कोई शर्म लाज ना करिओ कि उत्थे खुदा दी हजूरी है। असी मनते हैं सारे धर्मां वाले भी आ गुरुद्वारा साहिब हो गया, मंदिर हो गया, मसीत हो गया, इत्थे खुदा की हजूरी मनते हैं। कहने लगे हुण शर्म ना करो, काजी साहब जो है दस दिओ। हो ज्यों बीती चित बीच सुबचन उचारिए। तुहाडे मन विच जो बीत रही सी सचो सच दस दिओ, कि वाकिया तुसीं भी घर फिरदे सो। काजी आन भनत सत जिह बिद कही। ਜਦੋਂ ਵੇਖਿਆ ਵੀ ਨਵਾਬ ਦਾ ਰੁੱਖ ਵੀ ਬਦਲਿਆ ਹੋਇਆ, ਨਵਾਬ ਤੇ ਬਿਲਕੁਲ ਪਾਣੀ ਪਾਣੀ ਹੋਇਆ ਪਿਆ, ਕਾਜੀ ਦਾ ਹੰਕਾਰ ਵੀ ਟੁੱਟ ਗਿਆ। ਕਹਿਣ ਲੱਗਾ ਸੱਤ ਹੈ, ਜੋ ਨਾਨਕ ਕਹਿੰਦੇ ਨੇ ਇਹੀ ਸੱਤ ਹੈ। ਸੱਚ ਹੈ ਕਿ ਮੈਂ ਵੀ ਸਿਰਫ ਨਮਾਜ਼ ਦੀ ਡਿਊਟੀ ਪੂਰੀ ਕਰਨੀ ਆਇਆ ਸਾਂ, ਕਿਉਂਕਿ ਮੇਰੀ ਤੇ ਡਿਊਟੀ ਹੈ ਨਾ ਨਮਾਜ਼ ਦਾ। ਨਵਾਬ ਦਾ ਫਿਰ ਵੀ ਧਰਮ ਸ਼ੌਕ ਹੋਏਗਾ, ਪਰ ਕਾਜ਼ੀ ਦੀ ਤੇ ਡਿਊਟੀ ਹੈ ਕਿ 5 ਵਾਰੀ ਆਉਣਾ ਹੀ ਪੈਣਾ, ਸਮੇਂ ਦੀ ਪਾਬੰਦੀ ਆ ਕੇ ਅਜ਼ਾਨ ਵੀ ਦੇਣੀ ਹੈ ਤੇ ਆ ਕੇ ਨਮਾਜ਼ ਵੀ ਪੜ੍ਹਾਉਣੀ ਹੈ, ਉਹਦੀ ਤੇ ਡਿਊਟੀ ਹੈ। ਕਹਿਣ ਲੱਗਾ ਸੱਤ ਹੈ, ਮੈਂ ਵੀ ਇੱਥੇ ਹੀ ਕੰਮ ਨਹੀਂ ਆਇਆ ਤੇ ਮੇਰਾ ਮਨ ਉੱਥੇ ਹੀ ਘਰ ਵਿੱਚ ਹੀ ਰਿਹਾ। ਅਰਭਕ ਬਾਜਨ ਆਹੈ ਗਰਤ ਤੇ ਢਿਗ ਸਹੀ। ਕਹਿਣ ਲੱਗੇ ਬਿਲਕੁਲ ਠੀਕ ਹੈ। ਅਰਭਕ ਕਹਿੰਦੇ ਨੇ ਛੋਟਾ ਜਿਹਾ ਵਛੇਰਾ। ਕਹਿਣ ਲੱਗਿਆ ਬਿਲਕੁਲ ਸੱਚ ਹੈ, ਸਾਡੇ ਘਰ ਵਛੇਰਾ ਵੀ ਹੈ ਘੋੜੀ ਦਾ ਛੋਟਾ ਜਿਹਾ, ਤੇ ਉਹ ਖੂਹੀ ਵੀ ਹੈਗੀ ਹੈ। ਤੇ ਮੇਰੇ ਮਨ ਵਿੱਚ ਇਹੀ ਖਿਆਲ ਚੱਲਦਾ ਰਿਹਾ ਕਿ ਉਹ 'ਤੇ ਬੰਨ੍ਹ ਹੈ ਨਹੀਂ ਕੋਈ। ਉਹਨੂੰ ਪੁਰਾਣੇ ਹਿੰਦੀ ਦੇ ਲੋਕ ਮੁੰਡੇਰ ਕਹਿੰਦੇ ਸਨ। ਉਹ ਖੂਹੀ ਦੇ ਆਲੇ ਦੁਆਲੇ ਕੋਈ ਕੰਧ ਜਿਹੀ ਬਣੀ ਹੁੰਦੀ ਹੈ, ਜਿੱਥੇ ਪਾਣੀ ਖਿੱਚਣ ਵਾਲੇ ਪੈਰ ਧਰ ਲੈਂਦੇ, ਰੱਸੀ ਉੱਤੇ ਖਿੱਚਦੇ ਨੇ। ਕਹਿਣ ਲੱਗੇ ਉੱਤੇ ਕੋਈ ਕਿਨਾਰਾ ਸਹਾਰਾ ਨਹੀਂ ਹੈ, ਕੱਚੀ ਖੂਹੀ ਹੈ। ਅਤੇ ਮੇਰੇ ਮਨ 'ਚ ਇਹੀ ਡਰ ਹੈ ਕਿਤੇ ਵਾਕਈ ਐਸਾ ਨਾ ਹੋਵੇ ਕਿ ਉਹ ਵਛੇਰਾ ਖੂਹ 'ਚ ਡਿੱਗ ਪਏ। ਅਦਭੁਤ ਰਸ ਨਰ ਭੈ ਕਛਕ ਰਸ ਹਾਸ ਸੋ। ਜਦੋਂ ਦੋਹਾਂ ਦਾ ਭਾਅ ਜੁਗੜਿਆ ਅਤੇ ਜਿਹੜੇ ਹੋਰ 5-7 ਬੰਦੇ ਸੀ ਸਾਰੇ ਹੀ ਹੱਸ ਪਏ। ਕਹਿਣ ਲੱਗੇ ਬਹੁਤੀਆਂ ਦਾ ਹਾਲ ਇਹੀ ਹੈ, ਖਲੋਤੇ ਮਸੀਤ ਵਿੱਚ ਆ ਪਰ ਮਸੀਤ ਵਿੱਚ ਹੈ ਨਹੀਂ ਗੇ। ਨਮਾਜ਼ ਦੇ ਵਕਤ 'ਤੇ ਸ਼ਾਇਦ ਹੀ ਕੋਈ, ਜੋ ਸਾਡਾ ਕਾਜ਼ੀ ਇੱਥੇ ਨਹੀਂ, ਸਾਡਾ ਨਮਾਜ਼ ਵੀ ਇੱਥੇ ਨਹੀਂ, ਅਤੇ ਬਾਕੀਆਂ ਦੀ ਕੀ ਗੱਲ ਕਰਨੀ। ਹੋਏਗਾ ਕੋਈ ਭਾਈ ਬੰਦਗੀ ਵਾਲਾ, ਕੋਈ ਪਿੱਛੇ ਲੁਕਿਆ ਛੁਪਿਆ ਹੋਵੇਗਾ ਜਿਹਨੇ ਮਸੀਤ ਖਲੋ ਕੇ ਨਮਾਜ਼ ਪੜ੍ਹੀ ਹੋਏਗੀ। ਅਤੇ ਚੇਤਾ ਰੱਖਣਾ, ਜਿਹੜਾ ਮਸੀਤ ਵਿੱਚ ਮੌਕੇ 'ਤੇ ਮੌਜੂਦ ਹੁੰਦਾ ਹੈ, ਨਮਾਜ਼ ਦੇ ਵਕਤ ਮੌਕੇ 'ਤੇ ਹੁੰਦਾ, ਉਹਨੂੰ ਤਾਂ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਉੱਥੇ ਹੁੰਦਾ ਹੈ। ਅਸੀਂ ਤੁਸੀਂ ਵੀ ਇਸੇ ਅਭਿਆਸ ਵਾਸਤੇ ਤੇ ਆਉਂਦੇ ਹਾਂ ਕਿ ਸਾਡਾ ਮਨ ਇੱਥੇ ਆ ਕੇ ਚਲੋ ਟਿਕ ਜਾਏ, ਪਰ ਸੱਚ ਇਹ ਕਿ ਸਾਨੂੰ ਬਹੁਤ ਨੂੰ ਪਤਾ ਹੁੰਦਾ ਹੈ ਕਿ ਅਸੀਂ ਇੱਥੇ ਹੋ ਕੇ ਵੀ ਇੱਥੇ ਨਹੀਂ ਹੁੰਦੇ। ਯਤਨ ਕਰਿਆ ਕਰੀਏ ਇੱਥੇ ਹੋ ਕੇ ਇੱਥੇ ਹੋਈਏ। ਉਹ 5-7 ਪਲ 5-7 ਮਿੰਟ ਜਿਹੜੇ ਸਾਡੇ ਅਰਦਾਸ ਦੇ ਹੁੰਦੇ ਨੇ, ਮੁੱਖ ਵਾਕ ਦੇ ਹੁੰਦੇ ਨੇ, ਜਾਂ ਜਿਤਨਾ ਸਮਾਂ ਸਾਨੂੰ ਇੱਥੇ ਕੀਰਤਨ ਸੁਣਨ ਨੂੰ ਮਿਲਦਾ ਹੈ, ਠੀਕ ਹੈ, ਕਿਸੇ ਨੂੰ ਇੱਕ ਸ਼ਬਦ ਮਿਲਦਾ, ਕਿਸੇ ਨੂੰ ਵੱਧ ਘੱਟ ਮਿਲਦਾ, ਉਤਨਾ ਸਮਾਂ
ਅਸੀਂ ਆਪਣੇ ਆਪ ਨੂੰ ਇੱਥੇ ਆ ਜਾਈਏ। ਅਸੀਂ ਫਿਲਾਸਫੀ 'ਚ ਕਦੇ ਕਦੇ ਕਹਿੰਦੇ ਹੁੰਦੇ ਕਿ ਜੇ ਆ ਗਏ ਹੋ ਤਾਂ ਆ ਜਾਓ, ਜੇ ਸਰੀਰ ਕਰਕੇ ਆ ਗਏ ਹੋ ਨਾ ਤਾਂ ਤੁਸੀਂ ਵੀ ਆ ਜਾਓ, ਨਹੀਂ ਤਾਂ ਸਰੀਰਕ ਡੱਬਾ ਹੀ ਨਾ ਇੱਥੇ ਪਿਆ ਰਹਿ ਜਾਏ ਅਤੇ ਮੁੜ ਕੇ ਥੋੜ੍ਹੀ ਦੇਰ ਬਾਅਦ ਡੱਬਾ ਚੁੱਕ ਕੇ ਲੈ ਜਾਂਦੇ ਹੋ, ਖਾਲੀ ਡੱਬਾ ਹੀ ਰਹਿਣਾ। ਅਸੀਂ ਆ ਗਏ ਹਾਂ ਅਤੇ ਆ ਜਾਈਏ, ਕੁਝ ਖੱਟ ਲਈਏ, ਕੁਝ ਕਮਾ ਲਈਏ, 2-4 ਸਾਹ ਗੁਰੂ ਨਾਨਕ ਦੇ ਚਰਨਾਂ 'ਚ ਲੈ ਲਈਏ। ਕਹਿਣ ਲੱਗਾ ਸੱਚ ਹੈ, ਮੈਂ ਵੀ ਇੱਥੇ ਨਹੀਂ ਸਾਂ, ਲੋਕ ਹੱਸ ਪਏ ਸਾਰੇ। ਇੱਕ ਹਾਸੇ ਦਾ ਨਾ ਰਸ ਜਿਹਾ ਬਣ ਗਿਆ। ਹੋ ਤਬ ਨਿਬਾਬ ਗਹਿ ਚਰਨ ਰਹਿਓ ਫੈਦਾਸ ਸੋ। ਜਦੋਂ ਵੇਖਿਆ ਵੀ ਲੋਕ ਨਾ ਮਾਹੌਲ ਸੁਖਾਵਾਂ ਜਿਹਾ ਹੋ ਗਿਆ, ਹਲਕਾ ਜਿਹਾ ਮਾਹੌਲ ਹੋ ਗਿਆ, ਲੋਕ ਹਾਸੇ ਪੈ ਗਏ ਨੇ। ਨਵਾਬ ਨੇ ਕਿਸੇ ਦੀ ਲਾਜ ਸ਼ਰਮ ਨਹੀਂ ਕੀਤੀ ਕਿ ਮੈਂ ਮਸੀਤ ਵਿੱਚ ਆ, ਜਾਲੇ ਦੁਆਲੇ 10-20-50 ਬੰਦੇ ਖਲੋਤੇ ਨੇ, ਜਾਂ ਲੋਕ ਕੀ ਕਹਿਣਗੇ ਵੀ ਮੈਂ ਤੇ ਨਵਾਬ ਹਾਂ ਵਕਤ ਦਾ। ਉਹ ਅੱਗੇ ਤੇ ਲਹਿੰਦੇ ਨੂੰ ਮੂੰਹ ਕਰਕੇ ਮੱਥਾ ਟੇਕਦਾ ਸੀ, ਹੁਣ ਉਹਨੇ ਲਹਿੰਦਾ ਚੜ੍ਹਦਾ ਕੁਝ ਨਹੀਂ ਵੇਖਿਆ, ਸਿੱਧਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਸਿਰ ਧਰਤਾ। ਕਹਿਣ ਲੱਗਾ ਬਸ ਤੁਸੀਂ ਸਿਰ ਪੀਰਨ ਕੇ ਪੀਰ, ਪੀਰ ਹਰ ਮੇਰੀਆ। ਕਹਿਣ ਲੱਗੇ ਨਾਨਕ ਵਿੱਚ ਤੁਸੀਂ ਪੀਰਾਂ ਦੇ ਪੀਰ ਹੋ, ਬਸ ਇੱਦਾਂ ਕਰੋ ਮੇਰੀ ਪੀੜਾ ਮਿਟਾ ਦਿਓ, ਮੇਰੇ ਅੰਦਰ ਜੋ ਕਲੇਸ਼ ਹੈ, ਮੇਰੇ ਅੰਦਰ ਜੋ ਦੁੱਖ ਹੈ ਨੇ ਉਹ ਮਿਟਾ ਦਿਓ। ਗੁਨੀ ਗਹੀਰ ਸਰੀਰ ਸ਼ਰਨ ਮੈਂ ਤੇਰੀ ਆ। ਬਸ ਮੈਨੂੰ ਪਤਾ ਲੱਗ ਗਿਆ ਹੈ, ਜੋ ਸੁਣਿਆ ਵੱਡਿਆਂ ਤੋਂ ਖੁਦਾ ਦਾ ਕੋਈ ਨੂਰ ਹੁੰਦਾ ਹੈ, ਸੁਣਿਆ ਕੋਈ ਪੀਰ ਹੁੰਦਾ ਹੈ। ਮੈਨੂੰ ਨਹੀਂ ਪਤਾ, ਅਸੀਂ ਤੇ ਰਸਮਾਂ ਦੀ ਨਮਾਜ਼ਾਂ ਪੜ੍ਹਦੇ ਹਾਂ, ਪਰ ਅੱਜ ਸੱਚੀ ਨਮਾਜ਼ ਦਾ ਵੱਲ ਸਮਝ ਆ ਗਿਆ ਵੀ ਹਜ਼ੂਰੀ ਹੀ ਨਮਾਜ਼ ਹੁੰਦੀ ਹੈ, ਅਤੇ ਇਹ ਸੱਚ ਤੁਸਾਂ ਦਿਖਾਇਆ ਹੈ, ਇਸ ਕਰਕੇ ਮੇਰੇ ਪੀਰ ਤੇ ਤੁਸੀਂ ਹੋ। ਆਪਾਂ ਗੁਰੂ ਕਹਿੰਦੇ ਹਾਂ, ਉਹ ਪੀਰ ਕਹਿੰਦੇ ਨੇ ਮੇਰੇ ਪੀਰ ਤੁਸੀਂ ਹੋ, ਮੇਰੇ ਤੇ ਗੁਰੂ ਤੁਸੀਂ ਹੋ, ਮੈਨੂੰ ਆਪਣੀ ਸ਼ਰਨ ਰੱਖ ਲਓ। ਤੁਸਾਂ ਤੇ ਸਰੀਰ ਧਾਰਨ ਕੀਤਾ ਹੈ ਲੋਕਾਂ ਦੇ ਦੁੱਖ ਮਿਟਾਉਣ ਵਾਸਤੇ, ਤੁਸੀਂ ਖੁਦਾ ਹੋ। ਮੈਂ ਜੇ ਕਿਹਦੀ ਹੁਣ ਕਿਹਦੀ ਨਮਾਜ਼ ਪੜ੍ਹਨੀ, ਹੁਣ ਖੁਦਾ ਮਿਲ ਗਿਆ, ਹੁਣ ਮੈਂ ਕੋਈ ਨਮਾਜ਼ ਨਮੂਜ਼ ਨਹੀਂ ਪੜ੍ਹਨੀ। ਸ਼ਰਨ ਮੈਂ ਤੇਰੀ ਆ, ਭਰਮ ਕਰ ਭੁੱਲੇ ਭੰਨਿਓ ਭੇਵ ਨਹੀਂ ਜਾਣਿਆ। ਮੇਰੇ 'ਤੇ ਭਰਮ ਪੈ ਗਿਆ ਸੀ, ਅਗਿਆਨਤਾ ਛਾ ਗਈ ਸੀ। ਮੈਂ ਅਗਿਆਨਤਾ ਵਿੱਚ ਹੀ ਕਈ ਵਾਰ ਤੁਹਾਡੇ ਖਿਲਾਫ ਕੋਈ ਬਚਨ ਬੋਲੇ ਹੋਣਗੇ, ਹਾਲਾਂਕਿ ਨਵਾਬ ਨੂੰ ਪਤਾ ਵੀ ਹੈ, ਲੇਕਿਨ ਅਗਿਆਨਤਾ, ਭਰਮ, ਹੰਕਾਰ ਬਹੁਤ ਕੁਝ ਕੈਸਾ ਹੁੰਦਾ ਹੈ ਜਿਹਨੂੰ ਅਸੀਂ ਗੁਰਬਾਣੀ 'ਚ ਕਿਤੇ ਭਰਮ ਕਹਿੰਦੇ ਹਾਂ। ਗੁਰੂ ਕਿਰਪਾ ਕਰੇ ਤੇ ਭਰਮ ਕੇ ਪਰਦੇ ਸਤਿਗੁਰ ਖੋਲੇ, ਸਾਡੇ 'ਤੇ ਪਏ ਹੋਏ ਭਰਮ ਦੇ ਪਰਦੇ ਵੀ ਹੋ ਜੇ ਖੁੱਲ੍ਹ ਜਾਣ ਅਤੇ ਸਾਨੂੰ ਵੀ ਸੰਗਤ ਵਿੱਚ ਸੱਚ ਦੀ ਸਮਝ ਆ ਜਾਏ। ਕਹਿਣ ਲੱਗੇ ਮੇਰੇ 'ਤੇ ਭਰਮ ਪੈ ਗਿਆ ਸੀ, ਭਰਮ ਦੇ ਕਰਕੇ ਹੀ ਮੈਂ ਨਹੀਂ ਪਛਾਣ ਪਾ ਰਿਹਾ ਸੀ, ਮੇਰੀ ਭੁੱਲ ਪਛਾਣ ਦਿਓ। ਹਾਓ ਬਖਸ਼ੋ ਅਵਗੁਣ ਮੋਰ ਅਜਾਨ ਬਖਾਨਿਆ। ਮੇਰੇ ਅਵਗੁਣ ਖਿਮਾ ਕਰ ਦਿਓ, ਮੈਂ ਅਗਿਆਨਤਾ ਵਿੱਚ ਹੀ ਪਤਾ ਨਹੀਂ ਕੀ ਕੁਝ ਬੋਲ ਗਿਆ ਹੋਵਾਂਗਾ, ਕੀ ਕੁਛ ਕਹਿ ਗਿਆ ਹੋਵਾਂਗਾ, ਮੇਰੀ ਗਲਤੀਆਂ ਭੁੱਲਾਂ ਖਿਮਾ ਕਰ ਦਿਓ। ਪੂਰਬ ਅਵਗੁਣ ਬਖਸ਼ ਕੈ ਅਬ ਦੇਹੋ ਨਿਜ ਉਪਦੇਸ਼। ਤੁਸੀਂ ਮੇਰੇ ਹੁਣ ਤੱਕ ਦੀਆਂ ਗਲਤੀਆਂ ਖਿਮਾ ਕਰ ਦਿਓ, ਮੈਨੂੰ ਉਪਦੇਸ਼ ਦੇ ਦਿਓ। ਉਹ ਉਪਦੇਸ਼ ਜੋ ਤੁਸਾਂ ਨੇ ਇੱਕ ਮੁੱਲਾ ਨੂੰ ਦਿੱਤਾ ਸੀ, ਜਿਸ ਨੇ ਮੈਨੂੰ ਆ ਕੇ ਕਿਹਾ ਵੀ ਸੀ ਨਾਨਕ ਪੀਰਾਂ ਦਾ ਪੀਰ ਹੈ। ਅਸੀਂ ਪਿੱਛੇ ਵਾਚਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਸ ਮੁੱਲਾ ਨੂੰ ਕਿਹਾ ਸੀ ਕਿ ਮੁਸਲਮਾਨ ਘਾਵ ਮੁਸ਼ਕਿਲਤਾਂ ਹੋ ਜੇ ਮੁਸਲਮਾਨ, ਅਤੇ ਉਹਨੇ ਆ ਕੇ ਕਿਹਾ ਵੀ ਸੀ ਵੀ ਤੁਸੀਂ ਜਿਸ ਦੀ ਪੜਤਾਲ ਕਰਨ ਮੈਨੂੰ ਭੇਜਿਆ ਜੇ, ਅਤੇ ਜੇ ਪੜਤਾਲ ਪੁੱਛਦੇ ਹੋ ਤਾਂ ਪੀਰਾਂ ਦੇ ਪੀਰ ਨੇ। ਬਸ ਇੰਨੀ ਹੀ ਮੇਰੀ ਪੜਤਾਲ ਹੈ ਕਿ ਉਹ ਮਨੁੱਖ ਨੇ, ਖੁਦਾ ਦਾ ਨੂਰ ਨੇ। ਜੋ ਵੀ ਤੁਸੀਂ ਗਿਆਨ ਧਿਆਨ 'ਚ ਕਹਿੰਦੇ ਹੋਗੇ ਉਹ ਸਤ ਸਰੂਪ ਨੇ, ਉਹ ਬਸ ਪੀਰ ਹੈ, ਉਹ ਖੁਦਾ ਦਾ ਰੂਪ ਹੈ। ਕਹਿਣ ਲੱਗੇ ਅੱਜ ਮੈਨੂੰ ਖਿਮਾ ਕਰ ਦਿਓ, ਮੈਂ ਪਛਾਣ ਨਹੀਂ ਪਾਇਆ। ਬੰਦ ਹਾਰ ਬੇਨਤੀ ਕਰਤ ਦੌਲਤ ਖਾਨ ਨਰੇਸ਼। ਬਾਦਸ਼ਾਹ ਵਕਤ ਦਾ, ਬੇਸ਼ੱਕ ਅਸੀਂ ਬਾਦਸ਼ਾਹ ਨਹੀਂ ਕਹਿੰਦੇ, ਪਰ ਨਵਾਬ ਵੀ ਆਪਣੇ ਵਕਤ ਛੋਟੇ ਜਿਹੇ ਬਾਦਸ਼ਾਹ ਹੀ ਹੁੰਦੇ ਨੇ। ਨਵਾਬ ਹੱਥ ਜੋੜ ਬੈਠਾ ਹੈ। ਹੁਣ ਮਸੀਤ ਵਿੱਚ ਬਿਲਕੁਲ ਉਲਟੀ ਕਹਾਣੀ ਹੋਈ ਪਈ ਹੈ। ਕਿੱਥੇ ਲਹਿੰਦੇ ਅਤੇ ਚੜ੍ਹਦੇ ਦਾ ਭਰਮ ਹੁੰਦਾ ਹੈ, ਕਿੱਥੇ ਇਹ ਕਰਨਾ ਅਤੇ ਉਹ ਕਰਨਾ ਨਹੀਂ ਹੁੰਦਾ, ਪਰ ਨਵਾਬ ਗੋਡਿਆਂ ਪਰਨੇ ਹੈ। ਗੁਰੂ ਨਾਨਕ ਦੇ ਕੇ ਹੱਥ ਜੋੜ ਖੜਾ ਕਰਨ ਲੱਗਾ, ਬਸ ਤੁਮ ਖੁਦਾਏ ਕੋ ਰੂਪ ਹੋ ਅੰਤਰ ਜਾਮੀ ਸਰਬ। ਮੈਨੂੰ ਪਤਾ ਲੱਗ ਗਿਆ ਤੁਸੀਂ ਖੁਦਾ ਹੋ, ਬਸ ਖੁਦਾ ਨੇ ਰੂਪ ਧਾਰਨ ਕੀਤਾ ਹੈ। ਅੰਤਰ ਜਾਮੀ ਮੈਂ ਅਤ ਮੂੜ ਨਾ ਲਖ ਸਕਿਓ ਨਿਜ ਐਸ਼ ਰਹਿ ਗਰਬ। ਮੈਂ ਹੀ ਨਵਾਬੀ ਦੇ ਮਾਨਜ ਕਰਕੇ ਤੁਹਾਨੂੰ ਪਛਾਣ ਨਹੀਂ ਸਕਿਆ। ਹਾਂ ਸਮੀਪ ਚਿਰਕਾਲ ਕੇ ਛੂਛ ਨਾ ਛੋਰ ਹੋਇਆ ਆਪ। ਮਹਾਰਾਜ ਬੜੇ ਚਿਰਾਂ ਤੋਂ ਆਪਨੇ ਨਾਲ ਰੱਖੇ ਹੈ, ਕਈਆਂ ਸਾਲਾਂ ਦੀ ਸਾਂਝ ਹੈ, ਹੁਣ ਮੈਨੂੰ ਸਖਣਾ ਨਾ ਛੱਡ ਜਾਇਓ। ਇੰਨੇ ਸਾਲਾਂ ਦੀ ਸਾਂਝ ਦਾ ਵਾਸਤਾ ਜੇ ਮੇਰੀ ਝੁਲ 'ਚ ਕੁਛ ਪਾ ਦਿਓ।
मैनू सखना ना छड्डियो। आप विवस मन है को बस करो, हरिए तीनों ताप। मैनू मेरा मन बेबस कर देता है, किरपा करो ना मेरे बेबस होए मन नू बस विच कर दो, मेरे तिने ताप मिटा दो। विषय अधीन दीन मैं, हरख शोक अनुसार। की करिए महाराज, आम सधारण जे मनुख हाँ, राजगर्दियां का प्रभाव है। ये सदके विषय विकार निंदा चुगली के दबाव साढ़े ते बने रहिंदे ने। किरपा कर दिओ अस सुन के ते बचन, बोले गुरु उदार। जदों वेख्या नवा वाक्या ढह पिया है, हंकार टुट गया है, शुद्ध चित निर्मल हिरदे दे नाल अरदास कर दित। महाराज कहन लगे, सुनो खान दे कान, प्रबल मन लोल है। महाराज कहन लगे, नवाब सब ध्यान ना सुनना। सब तो औखा काम ते सब तो कठिन प्रकृति साडे मन की होती है। ये मन ही है जो साडी सब तो औखी प्रकृति लैके चलता है। लोल कहते ने जिहड़ा चंचल अख हुण ते घड़ियां सैल दे नाल चलदियां ने। पुरानी घड़ियां अपने देखो ना, एक पेंडुलम हुंदा है जो इधर उधर सारा दिन रात अब चल वो चलता है, तो इस लगते पे घड़ी चलती, क्योंकि वो सिस्टम बनया जिहदे नाल चंचल चलता रहिंदा है। साडा मन उस घड़ी के पेंडुलम वांग होंदा, कदे सज्जे कदे खब्बे, कदे हाँ कदे ना, कदे धर्म कदे धर्म। साडा मन इदां ही चलता है। नवाब महाराज कहने लगे, नवाब साहब ये मन ही है जो भटकदा रहिंदा है। या को रोकन कठन, रुकै तां अमोल है। इस मन नूं ही रोकना सब तो कठिन हुंदा है, ते जे मन रुकदे ना ते अमुल्लक हो जाता है। ये मन बहुत कीमती हो जाता है, जिन्हां दा मन टिक जाता है। बिन रोके सब फूक, पठन पुन सुनन जो। ते जे मन नहीं रुकिया ते चंचल मन ना पढ़दा जे ते ना सुनदा जे। असीं पढ़ी भी जाने ते सुनी भी जाने आ, ते चंचल मन का पढ़ना ते चंचल मन का सुनना सब फूक ही हुंदा है। खाली डब्बे वांग वजदा है, पल्ले कुछ नहीं पैंदा। हो प्रेम ना उपजत रंच, रह बिन गुण सो। चंचल होया मन जद तक टिकदा नहीं, उन्ना चिर इहदे मन विच इहदे अंदर प्रेम नहीं पैदा हुंदा, ते जद तक प्रेम ना पैदा होवे उन्ना चिर गुण हिरदे च नहीं आउंदे। जिस दे नाल भी आपां प्रेम करदे हां, उस ते अच्छे जां बुरे जो भी गुण या अवगुण हुंदे ने, वो मनुख सुत्ते सिध ही स्वीकार कर लैंदा। जिस दे नाल भी साडा प्रेम होवे, वो गलत होवे या ठीक होवे, असीं वो अपने आप उहदे रंग विच ढल जाने आ। महाराज कहंदे, पारत अंगुरी तरे सथर क्यों होत है। नवाब साहब कदे वेखिया जे पारे का छोटा जिहा किनका जमीन ते डिग पए, कि कदे नूं पोटे ना रोक सकीए। आपां भी कदे वेखिया होवे जो पारा किते जमीन ते डिगा होवे, उस नूं पोटे ना चुकना चाहोगे नहीं चुकिया जाएगा। साडे घरां 'च थर्मामीटर दे पुराने हुंदे सी, जिन्हां कोल थोड़ा जिहा पारा हुंदा सी, कदे टुट गया तो वेखिया होना फर्श ते तिलकदा चमकदा पारा, वो कदे पोटे थले नहीं आएगा। वो इन्ना मजबूत भारा ते चंचल हुंदा है कि हाथ पकड़ नहीं आंदा। कहण लगे, कदे भी डिगा होया पारा हाथ नाल नहीं चुकिया जाता। करत प्रयत्न अनेक सो बहर उदोत है। जिन्ने मर्जी यत्न कर लो, जमीन ते डिग्या होया पत्थर ते डिग्या होया पारा हाथ नाल नहीं चुकिया जा सकता। जब सिद्ध मिल जात मार थिर करत है। फिर सियाणे नूं चुकण वास्ते की करते हैं, उहदे उत्ते कोई होर औषधि पा देंदे ने। आ गंधक आदਿਕ औषधियां हकीम लोग पा देंदे ने, जिन्हों असीं पारा मारना कहने। पुराने हकीम औषधियां दे विच पारा मार के दवाइयां बना के लोगों को खुआ देंदे सी। कहण लगे, जे पारा चुकना होवे तो उत्ते कोई औषधि पाउणी पैंदी है, जिहदे उहदे आले दुआले कोई लेप लिपटदा है, तद किते जाके पारा चुकिया जाता है। इसे तरह हों त्यों मन सतगुर मिले सथिरता धरत है। ते जदों मन सतगुरु दे नाल जुड़दा है, तद मन टिकदा है। मन नूं टिकण वास्ते भी कोई सहारा चाहिए। ज्यों तुरंग मुखतान अजान सौर को। आ वेखिया होना जिहड़े वडेरिया ने घुड़सवारी कीती होणगीਆਂ, घुड़सवार नादान होवे ते किते घोड़ा अड़ब होवे, घुड़सवार नादान होवे ते घोड़ा अड़ब होवे,
ਘੁੜਸਵਾਰ ਬਹਿ ਤੇ ਜਾਂਦਾ ਹੈ ਪਰ ਘੋੜਾ ਡੇਗ ਦਿੰਦਾ ਤੇ ਆਪ ਨੱਠ ਜਾਂਦਾ। ਤੇ ਜੇ ਮਾੜਾ ਘੁੜਸਵਾਰ ਉੱਤੇ ਠੀਕ ਹੈ ਬੈਠਾ ਚੰਬੜਿਆ ਵੀ ਰਹੇ ਪਰ ਘੁੜਸਵਾਰ ਬੇਵਜ੍ਹਾ ਦੌੜਦਾ ਹੈ, ਘੁੜਸਵਾਰ ਦੇ ਕਾਬੂ ਨਹੀਂ ਆਉਂਦਾ। ਕਹਿੰਦੇ ਕਿ ਫਿਰ ਕੀ ਹੁੰਦਾ, ਸਵੇਛਾ ਤਰਲੰਗ ਦੌਰ ਦੇਤ ਦੁੱਖ ਭੂਰ ਕੋ, ਘੋੜਾ ਮਨਮਰਜ਼ੀ ਨਾਲ ਦੌੜਦਾ ਹੈ। ਜਿਵੇਂ ਅਸੀਂ ਅਥਰਾ ਘੋੜਾ ਕਦੇ ਕਿਤੇ ਪੁਰਾਣੇ ਪੰਜਾਬੀ 'ਚ ਕਹਿੰਦੇ ਹਾਂ, ਉਹ ਅਥਰਾ ਘੋੜਾ ਬੇਲਗਾਮ ਹੋ ਜਾਂਦਾ, ਉਹ ਕਾਬੂ ਨਹੀਂ ਆਉਂਦਾ। ਅਤੇ ਮਾੜਾ ਘੁੜਸਵਾਰ ਵਿਚਾਲਾ ਥੋੜ੍ਹੀ ਦੇਰ ਬਾਅਦ ਆਪੇ ਤੜਪ ਕੇ ਡਿੱਗ ਪੈਂਦਾ ਹੈ ਅਤੇ ਘੋੜਾ ਦੌੜ ਜਾਂਦਾ। ਇਵੇਂ ਚੜ੍ਹੇ ਸੁਜਾਨ ਸੌਰ ਕਸਾ ਕਰ ਲੇਕ, ਅਤੇ ਇਵੇਂ ਕੋਈ ਸਾਵਧਾਨ ਅਤੇ ਸੁਚੇਤ ਸਿੱਖਿਆ ਹੋਇਆ ਟ੍ਰੇਨਡ ਸਵਾਰ ਦੀ ਸਵਾਰੀ ਕਰਦਾ ਹੈ ਅਤੇ ਉਹ ਇੱਕ ਹੱਥ ਨਾਲ ਉਹਦੀ ਲਗਾਮ ਪਕੜਦਾ ਹੈ, ਦੂਜੇ ਹੱਥ ਉਹਦੇ ਕੋਲ ਚਾਬੁਕ ਹੁੰਦੀ ਹੈ। ਇਸੇ ਤਰ੍ਹਾਂ ਹੋ ਕਰ ਹੈ ਬਸ ਮੁਖ ਮਾਹੇ ਕੰਟਕਾ ਦੇਤ ਹੈ। ਇਸੇ ਤਰ੍ਹਾਂ ਪਹਿਲਾਂ ਤਾਂ ਲਗਾਮ ਦੇ ਨੂੰ ਕਾਬੂ ਕਰਦਾ ਹੈ ਅਤੇ ਜੇ ਲਗਾਮ ਖਿੱਚਿਆ ਕਾਬੂ ਨਾ ਆਵੇ ਤਾਂ ਫਿਰ ਚਾਬੁਕ ਫਟਕਾਰਦਾ ਹੈ, ਫਿਰ ਚਾਬੁਕ ਦੇ ਜ਼ੋਰ ਨਾਲ, ਮਾਰ ਦੇ ਜ਼ੋਰ ਨਾਲ ਘੋੜੇ ਨੂੰ ਕਾਬੂ ਕਰ ਲੈਂਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਇਸ ਮਨ ਨੂੰ ਹੋ ਕਰੇ ਜੋ ਬਸ ਮੁਖ ਮਾਹੇ ਕੰਟਕਾ ਦੇਖ, ਸਤਿਗੁਰ ਸ਼ਬਦ ਸੌਰ ਤਰਤ ਹੈ ਦੀਜੀਐ। ਇਸ ਕਰਕੇ ਭਾਈ ਸਿੱਧਾ ਤੁਹਾਡੇ ਤੋਂ ਆਪਣੇ ਮਨ 'ਤੇ ਕਾਬੂ ਨਹੀਂ ਹੋਣਾ। ਆਪਣੇ ਮਨ ਨੂੰ ਕਾਬੂ ਕਰਨ ਵਾਸਤੇ ਸਤਿਗੁਰ ਦਾ ਸਹਾਰਾ ਲਓ, ਸਤਿਗੁਰ ਦਾ ਗਿਆਨ ਲਓ, ਸਤਿਗੁਰ ਦੀ ਸੰਗਤ ਲਓ, ਸਤਿਗੁਰ ਦੇ ਅਧੀਨ ਆਪਣੇ ਮਨ ਨੂੰ ਕਰ ਦਿਓ। ਮਨ ਨੂੰ ਆਪਣੇ ਅਧੀਨ ਮਤ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਉਲਟਾ ਮਨ ਸਾਨੂੰ ਆਪਣੇ ਅਧੀਨ ਕਰ ਲਵੇਗਾ। ਆਪਣੇ ਮਨ ਨੂੰ ਸਤਿਗੁਰ ਦੀ ਆਗਿਆ ਦੇ ਅਧੀਨ ਕਰ ਦਿਓ। ਜਦੋਂ ਆਪਣਾ ਮਨ ਨੂੰ ਅਸੀਂ ਕਹਾਂਗੇ ਨਾ ਭਾਈ ਆਪਾਂ ਹੁਣ ਮਰਿਆਦਾ ਹੀ ਕਰਦੇ ਨਾ, ਗੁਰੂ ਕਿਰਪਾ ਕਰੇ ਵੀ ਨਾ ਭਾਈ ਇਹ ਕੀ ਕੰਮ ਨਹੀਂ ਕਰਨਾ, ਕਿਉਂ ਸਤਿਗੁਰ ਦਾ ਹੁਕਮ ਨਹੀਂ ਹੈ। ਅਸੀਂ ਆਪਣੀ ਮਰਜ਼ੀ ਕਰਾਂਗੇ ਅਤੇ ਮਨ ਦਾਏਂ ਬਾਏਂ ਦੇ ਕਈ ਨੁਕਤੇ ਕੱਢ ਲਏਗਾ। ਪਰ ਜਦੋਂ ਕਿਤੇ ਇੱਥੇ ਆ ਜਾ ਕੇ ਨਾ ਭਾਈ ਇਹ ਸਤਿਗੁਰ ਦੀ ਆਗਿਆ ਨਹੀਂ ਹੈ, ਗੁਰਸਿੱਖ ਨੇ ਇਹ ਕੰਮ ਨਹੀਂ ਕਰਨਾ, ਕਿਉਂ ਸਤਿਗੁਰ ਦਾ ਹੁਕਮ ਨਹੀਂ ਹੈ, ਅਤੇ ਮਨ ਸਤਿਗੁਰ ਦੇ ਡਰ ਤੋਂ ਰੁਕ ਜਾਂਦਾ ਹੈ, ਕਿਉਂਕਿ ਗਿਆਨ ਕਾ ਬੱਧਾ ਮਨ ਰਹੇ। ਕਹਿਣਗੇ ਇਸੇ ਤਰ੍ਹਾਂ ਕਸ਼ਟ ਨਰਕ ਕੋ ਕਸਾ ਸਿਖਾਵਨ ਦੀਜੀਏ, ਅਤੇ ਹੁਕਮ ਦੀ ਉਲੰਘਣਾ ਦੀ ਸਜ਼ਾ ਦਿਖਾ ਭਾਈ। ਜੇ ਉਹ ਗੁਰੂ ਕੇ ਹੁਕਮ ਦੀ ਉਲੰਘਣਾ ਕਰੋਗੇ ਤਾਂ ਦੁੱਖ ਮਿਲੇਗਾ। ਇਹ ਡਰ ਮਨੁੱਖ ਦੇ ਮਨ 'ਚ ਜਦੋਂ ਆ ਜਾਂਦਾ ਹੈ ਅਤੇ ਇਉਂ ਲਖੋ ਕਰਨ ਵਸ ਠਾਨੀਏ, ਹੋ ਮਨ ਤੁਰੰਗ ਇਉਂ ਲਖੋ ਕਰਨ ਵਸ ਠਾਨੀਏ। ਇੰਝ ਇਸ ਮਨ ਨੂੰ ਵਸ ਕੀਤਾ ਜਾ ਸਕਦਾ ਹੈ। ਵਿਸ਼ੇ ਨਿਵਰਤੀ ਕਾਰਨ ਸੁਕਵ ਕਾ ਜਾਨੀਏ, ਅਤੇ ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਰੋਕਣਾ, ਇਹ ਲਗਾਮ ਖਿੱਚਣਾ ਅਤੇ ਉਲੰਘਣਾ ਦਾ ਭੈ ਦੇਣਾ ਕਿ ਗੁਰੂ ਕੇ ਸ਼ਬਦ ਦੀ, ਗੁਰੂ ਕੇ ਹੁਕਮ ਦੀ ਉਲੰਘਣਾ ਨਹੀਂ ਕਰਨੀ, ਇਹਦਾ ਨਤੀਜਾ ਮਾੜਾ ਨਿਕਲਦਾ ਹੈ। ਇਹ ਭੈ ਦੇ ਕੇ ਮਨ ਨੂੰ ਕਾਬੂ ਕੀਤਾ ਜਾ ਸਕਦਾ। ਗੁਰਦੇਵ ਕਿਰਪਾ ਕਰਨ ਕਿ ਇਹ ਯੁਗਤਾ ਅਸੀਂ ਵੀ ਅਪਣਾ ਸਕੀਏ। ਇਹ ਤੋਂ ਹੌਲੀ ਹੌਲੀ ਅੱਗੇ ਕੀ ਕੁਝ ਵਾਪਰਦਾ ਹੈ, ਕਿਵੇਂ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ, ਅਤੇ ਫਿਰ ਨਵਾਬ ਨੂੰ ਸੁਮੱਤ ਦੇ ਕੇ ਮਹਾਰਾਜ ਅਗਲੇ ਕੀ ਰਚਨਾ ਰਚਦੇ ਨੇ, ਉਹ ਸਮੇਂ ਨਾਲ ਪੜ੍ਹਦੇ ਸੁਣਦੇ ਵਾਸਤੇ ਚੱਲਾਂਗੇ। ਭੁੱਲ ਚੁੱਕ ਦੀ ਖਿਮਾ, ਅਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ